ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ, ਇਸੇ ਤਰ੍ਹਾਂ 104.5 FM ਫ੍ਰਿਜ਼ਨੋ ਅਤੇ 1470 AM ਸੈਕਰਾਮੈਂਟੋ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫ੍ਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਉੱਤੇ ਇਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 408 722 7698 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਜਿਹੜੀ ਖਬਰ ਆ ਈਰਾਨ ਦੀ ਆ ਰਹੀ ਆ। ਈਰਾਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਫਰਾਈਡੇ ਨੂੰ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਰਡਰ ਕਰ ਦਿੱਤੇ ਸੀ ਵੀ ਈਰਾਨ ਨੂੰ ਸਟਰਾਈਕ ਕੀਤਾ ਜਾਵੇ ਮਿਲਟਰੀਲੀ, ਅਤੇ ਬਾਅਦ ਦੇ ਵਿੱਚ 10 ਮਿੰਟਾਂ ਦੇ ਵਿੱਚ ਫਿਰ ਉਹ ਆਪਣਾ ਇਰਾਦਾ ਜਿਹੜਾ ਉਹ ਬਦਲ ਲਿਆ ਸੀ, ਕਿਉਂਕਿ ਕਹਿੰਦੇ ਸੀ ਵੀ ਉੱਥੇ 150 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਸਕਦੀਆਂ ਹੈਗੀਆਂ। ਅਤੇ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਥ੍ਰੈਟ ਕੀਤਾ ਸੀ ਵੀ ਜੇ ਹੋਰ ਕਿਸੇ ਤਰ੍ਹਾਂ ਫਿਰ ਉਹਨਾਂ ਨੇ ਸਾਡੇ ਜਿਹੜੇ ਡਰੋਨ ਹੈਗੇ ਜਾਂ ਕਿਸੇ ਹੋਰ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ। ਅਤੇ ਹੁਣ ਪਤਾ ਲੱਗਾ ਹੈ ਵੀ US ਮਿਲਟਰੀ ਨੇ ਆਲਰੇਡੀ ਜਿਹੜੇ ਸਾਈਬਰ ਅਟੈਕ ਈਰਾਨ ਦੇ ਅਗੇਂਸਟ ਕੀਤਾ ਹੈਗਾ ਆ ਉਹ ਰਿਸਪੌਂਸ ਲਈ, ਕਿਉਂਕਿ ਉਹਨਾਂ ਨੇ ਅਮਰੀਕਨ ਡਰੋਨ ਜਿਹੜਾ ਆ ਉਹ ਸਿੱਟ ਦਿੱਤਾ ਸੀ। ਜੀ ਬਿਲਕੁਲ। ਇਸ ਦੀ ਬਾਰੇ ਜਿਹੜੀ ਜਾਣਕਾਰੀ ਆ ਜੌਨ ਬੋਲਟਨ ਹੁਣਾਂ ਨੇ ਵੀ ਜਿਹੜੀ ਆ ਉਹ ਦੱਸੀ ਆ। US ਮਿਲਟਰੀ ਨੇ ਲਗਾਤਾਰ ਜਿਹੜਾ ਇਹ ਸਾਈਬਰ ਹਮਲਾ, ਕਿਉਂਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਇੱਕ ਕਾਫੀ ਵੱਡੀ ਇੱਕ ਚੀਜ਼ ਬਣ ਚੁੱਕੀ ਹੈ। ਇੱਕ ਮੁਲਕ ਦੂਜੇ ਮੁਲਕਾਂ ਦੇ ਉੱਤੇ ਅਕਸਰ ਆਪਣੇ ਜਿਹੜੇ ਵਿਰੋਧੀ ਮੁਲਕਾਂ ਦੇ ਉੱਤੇ ਅਜਿਹੇ ਹਮਲੇ, ਉਹਨਾਂ ਦੀਆਂ ਵੈਬਸਾਈਟਾਂ ਹੈਕ ਕਰਨੀਆਂ, ਖਾਸ ਕਰਕੇ ਉਹਨਾਂ ਦੀਆਂ ਮਿਲਟਰੀ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਉੱਤੇ ਕਾਬੂ ਪਾਉਣ ਦੀਆਂ ਇੰਟਰਨੈਟ ਦੇ ਜ਼ਰੀਏ, ਹੈਕਿੰਗ ਦੇ ਜ਼ਰੀਏ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰਦੇ ਰਹਿੰਦੇ ਆ। ਸੋ ਉਹਨਾਂ ਦੀਆਂ ਕਹਿ ਲਓ ਵੀ ਮਿਲਟਰੀ ਸੰਸਥਾਵਾਂ ਨੂੰ, ਮਿਲਟਰੀ ਜਿਹੜੇ ਲੋਕੇਸ਼ਨਸ ਆ ਉਹਨਾਂ ਨੂੰ ਨਠੱਲਿਆਂ ਕਰਨ ਦੇ ਲਈ ਇਹ ਅਕਸਰ ਹਮਲੇ ਜਿਹੜੇ ਕੀਤੇ ਜਾਂਦੇ ਆ। ਬਰੂਦ ਦੇ ਨਾਲ ਤਾਂ ਚਲੋ ਬਚਾਅ ਹੋ ਗਿਆ, ਅਮਰੀਕਾ ਮਸਾਂ ਹੀ ਜਿਹੜਾ ਵਾਰ ਦੇ ਬ੍ਰਿੰਕ ਤੋਂ ਜਿਹੜਾ ਮੁੜਿਆ ਆ, ਅਤੇ ਆਈ ਥਿੰਕ ਨਾ ਹੀ ਹੋਵੇ ਤਾਂ ਚੰਗੀ ਗੱਲ ਆ। ਪਰ ਅਫਸੋਸ ਵਾਲੀ ਗੱਲ ਆ ਵੀ ਬਹੁਤੇ ਲੋਕ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਜਾਂ ਗੌਰ ਦੇ ਨਾਲ ਨਹੀਂ ਦੇਖ ਰਹੇ। ਈਰਾਨ ਦੇ ਨਾਲ ਕੋਈ ਜਿਹੜਾ ਜੰਗ ਲੱਗਣੀ ਕੋਈ ਅਮਰੀਕਾ ਵਾਸਤੇ ਕੋਈ ਚੰਗੀ ਗੱਲ ਨਹੀਂ। ਆਲਰੇਡੀ ਪੁਰਾਣੀਆਂ ਜੰਗਾਂ ਦਾ ਜਿਹੜਾ ਖਾਮਿਆਜ਼ਾ ਆਲਰੇਡੀ ਆਪਾਂ ਭੁਗਤ ਰਹੇ ਹਾਂ। ਟੈਕਸ ਪੇਅਰ ਦੀ ਬਹੁਤ ਜ਼ਿਆਦਾ ਮਨੀ ਜਿਹੜੀ ਇੱਧਰਲੇ ਪਾਸੇ ਵਿਅਰਥ ਜਿਹੜੀ ਉਹ ਜਾ ਰਹੀ ਆ। ਸੋ ਇਹ ਜਿਹੜਾ ਹਮਲਾ ਆ ਉਹ ਕੀਤਾ ਗਿਆ ਹੈ। ਉੱਦਾਂ ਤਹਿਰਾਨ ਨੇ ਅੱਗੋਂ ਇਹ ਕਲੇਮ ਕੀਤਾ ਹੈ, ਹਰਜੋਤ ਸਿੰਘ ਜੀ ਕਹਿੰਦੇ ਵੀ ਇਹ ਜਿਹੜਾ ਸਾਈਬਰ ਅਟੈਕ ਸਾਡੇ ਖਿਲਾਫ ਜਿਹੜਾ ਕੀਤਾ ਗਿਆ ਅਮਰੀਕਾ ਦੇ ਦੁਆਰਾ, ਇਸ ਦੇ ਵਿੱਚ ਕਿਸੇ ਦੇ ਵਿੱਚ ਵੀ ਉਹਨਾਂ ਨੂੰ ਸਫਲਤਾ ਜਿਹੜੀ ਆ ਉਹ ਪ੍ਰਾਪਤ ਨਹੀਂ ਹੋਈ, ਅਤੇ ਅਸੀਂ ਜਿਹੜਾ ਆਪਣਾ ਕਾਰਜ ਜਾਂ ਕੰਮ ਕਰ ਰਹੇ ਸੀਗੇ ਉਹ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਆ। ਇਸੇ ਟੈਨਸ਼ਨਸ ਦੇ ਦਰਮਿਆਨ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ ਉਹ ਸਾਊਦੀ ਅਰੇਬੀਆ ਦੇ ਵਿੱਚ ਉਹ ਪਹੁੰਚੇ ਨੇ, ਅਤੇ ਸਭ ਨੂੰ ਪਤਾ ਵੀ ਸਾਊਦੀ ਅਰੇਬੀਆ ਅਤੇ ਈਰਾਨ ਦਾ ਜਿਹੜਾ ਆ ਉਹ ਇੱਟ ਕੁੱਤੇ ਦਾ ਵੈਰ ਵਾਲੀ ਜਿਹੜੀ ਆ ਉਹ ਹਿਸਾਬ ਹੈਗੀ ਆ। ਦੋਨੋਂ ਹੀ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਨਾਪਸੰਦ ਕਰਦੇ ਨੇ, ਕਿਉਂਕਿ ਜਿਹੜੇ ਦੋਨੋਂ ਜਿਹੜੇ ਕਹਿ ਲਓ ਵੀ ਹੈਗੇ ਨੇ ਮੁਸਲਿਮ ਧਰਮ ਦੇ ਵਿੱਚ ਸ਼ੀਆ ਸੁੰਨੀ, ਉਹਨਾਂ ਦੋਨਾਂ ਦੇ ਇਹ ਇੱਕ ਜਿਹੜਾ ਮੁਲਕ ਹੈਗਾ ਆ, ਸੋ ਇੱਕ ਦੂਜੇ ਨੂੰ ਬਿਲਕੁਲ ਵੀ ਉਹ ਲਾਈਕ ਨਹੀਂ ਕਰਦੇ। ਅਤੇ ਹੁਣ ਅਮਰੀਕਾ ਵਾਲੇ ਉਹਦੇ ਈਰਾਨ ਦੇ ਉੱਤੇ ਹੋਰ ਪ੍ਰੈਸ਼ਰ ਬਣਾਉਣ ਦੇ ਲਈ ਜਿਹੜੇ ਮਾਈਕ ਪੋਂਪੇਓ ਆ ਉਹ ਉਸ ਪਾਸੇ ਨੂੰ ਗਏ ਹੋਏ ਨੇ ਜੀ। ਸੋ ਬਿਲਕੁਲ ਕਹਿੰਦੇ ਵੀ ਇਹ ਪਤਾ ਲੱਗਿਆ ਆ ਵੀ ਜਿਸ ਟਾਈਮ ਅਟੈਕ ਕਰਨਾ ਸੀ US ਨੇ, ਇਹਨਾਂ ਨੇ ਉਹਨਾਂ ਦੇ ਜਿਹੜੇ ਈਰਾਨ ਦੇ ਸਾਰੇ
ਜਿਹੜੇ ਰੇਡਾਰ ਦੇ ਸਾਈਟ ਸੀ ਉਹਨਾਂ ਨੂੰ ਸ਼ਟ ਆਫ ਕਰ ਦਿੱਤਾ ਸੀ ਸਾਈਬਰ ਅਟੈਕ ਦੇ ਨਾਲ। ਪਰ ਕਹਿੰਦੇ ਇਹ ਵੀ ਹੋ ਸਕਦਾ ਵੀ ਈਰਾਨ ਵਾਲਿਆਂ ਨੇ ਖੁਦ ਉਹ ਸ਼ਟ ਆਫ ਕਰ ਦਿੱਤੇ ਹੋਣ, ਕਿਉਂਕਿ ਉਹਨਾਂ ਨੂੰ ਲੱਗਿਆ ਵੀ ਜੇ ਅਟੈਕ ਹੋਇਆ ਤੇ ਸਾਡੇ ਜਿਹੜੇ ਰੇਡਾਰ ਵਾਲੇ ਸਾਈਟਸ ਆ ਉਹਨਾਂ ਦੇ ਉੱਤੇ ਜਿਹੜੀ ਮਿਸਲ ਵਗੈਰਾ ਸਿੱਟ ਸਕਦੇ ਆ ਤੇ ਉਹ ਡੈਮੇਜ ਹੋ ਸਕਦਾ ਹੈਗਾ। ਪਿਛਲੇ ਕੁਝ ਦਿਨਾਂ ਦੇ ਵਿੱਚ 6 ਦੇ ਕਰੀਬ ਜਿਹੜੇ ਆਇਲ ਟੈਂਕਰਸ ਆ ਜਿਨ੍ਹਾਂ ਦੇ ਉੱਤੇ ਅਟੈਕ ਹੋਏ ਹੈਗੇ ਆ ਗੁਲਫ ਆਫ ਓਮਾਨ ਦੇ ਵਿੱਚ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ US ਆ ਉਹਨਾਂ ਨੇ US ਤੇ ਜਿਹੜੇ ਇਹਨਾਂ ਦੇ ਗੁਲਫ ਦੇ ਵਿੱਚ ਐਲੀਜ਼ ਹੈਗੀਆਂ, ਇਹਨਾਂ ਦੇ ਜਿਹੜੇ ਭਾਈਬੰਦ ਹੈਗੇ ਆ, ਉਹਨਾਂ ਨੇ ਸਾਰਾ ਬਲੇਮ ਜਿਹੜਾ ਆ ਇਹ ਈਰਾਨ ਦੇ ਉੱਤੇ ਦਿੱਤਾ ਹੈਗਾ ਆ। ਅੱਜ ਜਿਹੜੇ ਪੈਂਟਾਗਨ ਦੇ ਵਿੱਚ ਐਕਟਿੰਗ ਡਿਫੈਂਸ ਸੈਕਟਰੀ ਜਿਹੜੇ ਮਾਰਕ ਐਸਪਰ ਆ ਉਹ ਪਹਿਲੇ ਦਿਨ ਆਪਣੀ ਜੌਬ ਦੇ ਉੱਤੇ ਪਹੁੰਚੇ ਹੈਗੇ ਆ ਤੇ ਪਹਿਲਾਂ ਆਰਮੀ ਦੇ ਸੈਕਟਰੀ ਰਹਿ ਚੁੱਕੇ ਆ, ਉਹਨੇ ਕੋਈ ਕੁਐਸਚਨ ਵਗੈਰਾ ਤਾਂ ਨਹੀਂ ਲਿਆ। ਤੇ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ US ਦੇ ਜਿਹੜੇ ਵਾਰਸ਼ਿਪਸ ਹੈਗੇ ਆ ਐਬਰਾਹਮ ਲਿੰਕਨ, ਇਹ ਉਸ ਰੀਜਨ ਦੇ ਵਿੱਚ ਹੈਗਾ ਆ ਵਾਰਸ਼ਿਪ, ਤੇ 70,000 ਦੇ ਕਰੀਬ US ਦੇ ਟਰੂਪਸ ਇਨਕਲੂਡਿੰਗ 에ਅਰ ਫੋਰਸ ਬੰਬਰਸ ਤੇ ਫਾਈਟਰ ਜੈਟਸ ਉਸ ਈਰਾਨ ਵਾਲੇ ਏਰੀਏ ਦੇ ਲਾਗੇ ਛਾਗੇ ਹੈਗੇ ਆ। ਜੀ ਬਿਲਕੁਲ ਬਿਲਕੁਲ। ਤੇ ਇਸੇ ਦੇ ਉੱਤੇ ਹੀ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਰਾਸ਼ਟਰਪਤੀ ਟਰੰਪ ਈਰਾਨ ਦੇ ਉੱਤੇ ਕਹਿੰਦੇ ਹੋਰ ਵੀ ਕੜੇ ਜਿਹੜੀਆਂ ਰੋਕਾਂ ਆ, ਹਾਰਡ ਹਿਟਿੰਗ ਸੈਂਕਸ਼ਨਸ ਜਿਹੜੀਆਂ ਆ ਉਹ ਈਰਾਨ ਦੇ ਉੱਤੇ ਲਾਉਣ ਜਾ ਰਹੇ ਆ। ਸੋ ਈਰਾਨ ਨੂੰ ਚੌਂਸ਼ ਫੇਰਿਓਂ ਜਿਹੜਾ ਦਵਲਣ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਆਲਰੇਡੀ ਬਹੁਤ ਜ਼ਿਆਦੀਆਂ ਸੈਂਕਸ਼ਨਸ ਉਹਨਾਂ ਉੱਤੇ ਜਿਹੜੀਆਂ ਲੱਗੀਆਂ ਵੀ ਹੋਈਆਂ, ਜਿਨ੍ਹਾਂ ਉੱਤੇ ਆਰਥਿਕ ਸੈਂਕਸ਼ਨ ਸਭ ਤੋਂ ਅਹਿਮ ਨੇ। ਤੇ ਈਰਾਨ ਦੇ ਵਿੱਚ ਅੰਦਰੂਨੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ, ਖਾਸ ਕਰਕੇ ਜੇ ਇਕਨੋਮਿਕ ਆਰਥਿਕ ਪੱਖ ਤੋਂ ਜੇ ਆਪਾਂ ਨਜ਼ਰ ਮਾਰੀਏ ਤਾਂ ਉੱਥੇ ਬਹੁਤ ਜ਼ਿਆਦਾ ਮਹਿੰਗਾਈ ਹੋ ਰਹੀ ਆ ਤੇ ਲੋਕ ਅਨਇੰਪਲੋਇਮੈਂਟ ਵੱਲ ਨੂੰ ਜਿਹੜਾ ਬਹੁਤ ਜ਼ਿਆਦਾ ਵੱਧ ਰਹੇ ਨੇ। ਤੇ ਲੋਕਾਂ ਦੇ ਵਿੱਚ ਕਹਿ ਲਓ ਵੀ ਉੱਥੋਂ ਦੀ ਸਰਕਾਰ ਤੇ ਉੱਥੋਂ ਦੀ ਜਿਹੜੀ ਹਕੂਮਤ ਆ ਉਸ ਦੇ ਵਿਰੋਧ ਦੇ ਵਿੱਚ ਆਵਾਜ਼ਾਂ ਰਹਿ ਕੇ ਜਿਹੜੀਆਂ ਉੱਧਰ ਉੱਠ ਰਹੀਆਂ ਨੇ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ ਤੇ ਹੋਪਫੁਲੀ ਕੁਛ ਠੀਕ ਹੀ ਰਵੇ। ਵਾਰ ਵਾਲੇ ਪਾਸੇ, ਜੰਗ ਵਾਲੇ ਪਾਸੇ ਜਿਹੜਾ ਕੰਮ ਉਹ ਨਾ ਹੀ ਵਧੇ ਤਾਂ ਚੰਗੀ ਗੱਲ ਆ। ਜੀ ਬਿਲਕੁਲ। ਈਰਾਨ ਇਕੋਨਮਿਕਲੀ ਬਹੁਤ ਹਿੱਟ ਹੋਇਆ ਹੈਗਾ ਆ ਤੇ ਇਕੋਨਮੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਈਰਾਨ ਦੀ ਬਹੁਤ ਬੈਡ ਚੱਲ ਰਹੀ ਆ, ਜੌਬਸ ਹੈ ਨਹੀਂ। ਸੋ ਅਲਟੀਮੇਟਲੀ ਕੀ ਹੋਣਾ ਆ, ਮੁਲਕ ਦੇ ਅੰਦਰੋਂ ਹੀ ਜਿਹੜਾ ਅਨਰੈਸਟ ਹੋਣਾ ਆ ਤੇ ਫਿਰ ਕੋਈ ਨਾ ਕੋਈ ਜਿਹੜੇ ਇਹਨਾਂ ਦੇ ਆਪਾਂ ਚਮਚੇ ਕਹਿ ਸਕਦੇ ਹੈਗੇ ਆ ਜਾਂ ਉਹ ਫਿਰ ਸਪੋਰਟ ਮੰਗੂਗੇ। ਸੋ ਇੰਟਰਨਲੀ ਜਿਹੜੀ ਆ ਉੱਥੇ ਲੜਾਈ ਇਹ ਹੋ ਸਕਦੀ ਹੈਗੀ ਆ। ਤੇ ਪਰ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਓਪਨ ਹੈਗਾ ਆ ਨੈਗੋਸ਼ੀਏਸ਼ਨ ਦੇ ਲਈ US ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ। ਜੀ ਉੱਧਰ ਜਿੱਦਾਂ ਮੈਂ ਦੱਸਿਆ ਵੀ ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜਾ ਐਗਜ਼ੀਕਿਊਟਿਵ ਆਰਡਰ ਉਹ ਸਾਈਨ ਕਰ ਦਿੱਤਾ ਆ, ਜਿਸ ਦੇ ਕਰਕੇ ਜਿਹੜੇ ਹੋਰ ਵਾਧੂ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਈਰਾਨ ਦੇ ਉੱਤੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ। ਇਹ ਉਸ ਦੇ ਜਵਾਬੀ ਕਾਰਵਾਈ ਆ। ਜਿਹੜਾ ਪਿਛਲੇ ਹਫਤੇ ਦੇ ਵਿੱਚ US ਦਾ ਇੱਕ ਆਧੁਨਿਕ ਜਿਹੜਾ ਡਰੋਨ ਸੀਗਾ, ਅਨਮੈਨਡ ਡਰੋਨ ਸੀਗਾ, ਉਸ ਨੂੰ ਈਰਾਨ ਵਾਲਿਆਂ ਨੇ ਸਿੱਟ ਲਿਆ ਸੀਗਾ। ਤੇ ਉਸ ਤੋਂ ਬਾਅਦ ਦੇ ਵਿੱਚ ਇੰਨੀ ਕੁ ਜ਼ਿਆਦਾ ਟੈਨਸ਼ਨ ਉਦੋਂ ਵੱਧ ਗਈ ਸੀ, ਅਮਰੀਕਾ ਵਾਲੇ ਹਮਲਾ ਕਰਨ ਦੇ ਲਈ ਆਲਮੋਸਟ ਤਿਆਰ ਸੀਗੇ। ਰਾਸ਼ਟਰਪਤੀ ਟਰੰਪ ਨੇ ਗੋ ਹੈਡ ਪਹਿਲੋਂ ਦੇਤਾ ਸੀਗਾ, ਪਲਾਨ ਬਣਾ ਲਿਆ ਸੀਗਾ। ਫਿਰ ਅਖੀਰ ਦੇ ਵਿੱਚ ਇਹ ਕਹਿ ਕੇ ਵੀ 150 ਬੰਦਾ ਜਿਹੜਾ ਉੱਥੇ ਕੈਜੂਅਲਟੀ ਜਿਹੜੀਆਂ ਹੋ ਸਕਦੀਆਂ ਆ, 10 ਮਿੰਟ ਪਹਿਲਾਂ ਜਿਹੜਾ ਆ ਰੇਡ ਕਰਨ ਤੋਂ ਪਹਿਲਾਂ, ਏਅਰ ਸਟ੍ਰਾਈਕ ਕਰਨ ਤੋਂ ਪਹਿਲਾਂ ਉਹਨਾਂ ਨੇ ਉਹ ਜਿਹੜਾ ਖਾਰਜ ਕਰ ਦਿੱਤਾ ਸੀਗਾ ਵੀ ਇਹ ਹਮਲਾ ਜਿਹੜਾ ਉਹ ਨਾ ਕੀਤਾ ਜਾਵੇ। ਸੋ ਅਜੇ ਵੀ ਟੈਨਸ਼ਨ ਜਿਹੜੀ ਬਣੀ ਪਈ ਆ। ਜਿਹੜੇ ਹੁਣ ਛੋਟੀ ਉਮਰ ਦੇ ਆ, ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਇਹ ਜ਼ਰੂਰ ਟੈਨਸ਼ਨ ਹੋਊਗੀ ਵੀ ਕਿਤੇ ਇਹ ਨਾ ਹੋਵੇ ਵੀ ਇੱਧਰ ਜਿਹੜੀ ਜੰਗ ਲੱਗ ਜੇ ਤੇ ਉੱਧਰ ਬਾਅਦ 'ਚ ਡਰਾਫਟਿੰਗ ਜਿਹੜੀ ਆ ਉਹ ਹੋ ਜਾਵੇ ਤੇ ਸਾਨੂੰ ਉੱਥੇ ਈਰਾਨ ਦੇ ਵਿੱਚ ਜਾ ਕੇ ਉੱਥੇ ਦੋ ਹੱਥ ਜਿਹੜੇ ਸਾਰਿਆਂ ਨੂੰ ਕਰਨੇ ਪੈਣ। ਕਿਉਂਕਿ ਅੱਜ ਕੱਲ੍ਹ ਦੇ ਜਿੱਦਾਂ ਆਪਾਂ ਦੇਖਦੇ ਹੀ ਆ ਵੀ ਹਥਿਆਰ ਬਹੁਤ ਆਧੁਨਿਕ ਜਿਹੜੇ ਹੁੰਦੇ ਜਾ ਰਹੇ। ਈਰਾਨ ਵਾਲੇ ਵੀ ਜਿਹੜੇ ਘੱਟ ਨਹੀਂ, ਉਹ ਵੀ ਕਈ ਮਿਜ਼ਾਈਲਾਂ ਲਈ ਜਿਹੜੇ ਬੈਠੇ ਹੋ ਸਕਦੇ ਆ। ਇਸੇ ਚੀਜ਼ ਦਾ ਜਿਹੜਾ ਖਤਰਾ ਆ ਉਹ ਸਾਰੇ ਮੁਲਕਾਂ ਨੂੰ ਜਿਹੜਾ ਖਾਸ ਕਰਕੇ ਸਾਊਦੀ ਅਰੇਬੀਆ ਨੂੰ ਜ਼ਿਆਦਾ ਉੱਧਰ ਡਰਾ ਰਿਹਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਬਰਨੀ ਸੈਂਡਰਸ, ਉਹਨਾਂ ਨੇ ਇਹ ਕਿਹਾ ਵੀ ਉਹ $1.6 ਟ੍ਰਿਲੀਅਨ ਜਿਹੜੇ ਸਟੂਡੈਂਟ ਦੀ ਡੈਪਟ ਹੈਗੀ ਆ, ਜਿਹੜੇ ਸਟੂਡੈਂਟਸ ਦਾ ਕਰਜ਼ਾ ਹੈਗਾ ਜਦੋਂ ਉਹ ਪੜ੍ਹਨ ਦੇ ਲਈ ਉਹਨੇ ਲਿਆ, ਤੇ ਉਸ ਨੂੰ ਉਹ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਆ, ਉਹ ਉਹਨਾਂ ਨੇ ਆਪਣੀ ਪਲਾਨ ਜਿਹੜੀ ਆ ਇਸ਼ੂ ਕੀਤੀ ਹੈਗੀ ਆ। ਐਲਿਜ਼ਾਬੈਥ
ਵੈਰਨ ਜਿਹੜੇ ਦੂਸਰੇ ਡੈਮੋਕ੍ਰੈਟਿਕ ਕੈਂਡੀਡੇਟ ਹੈਗੇ ਪ੍ਰੈਜ਼ੀਡੈਂਸ਼ੀਅਲ, ਉਹਨਾਂ ਨੇ ਵੀ ਆਪਣੀ ਪਲਾਨ ਪਿਛਲੇ ਦਿਨਾਂ ਦੇ ਵਿੱਚ ਦੱਸੀ ਸੀ। ਸੋ ਬਰਨੀ ਸੈਂਡਰਸ ਨੇ ਇਹ ਕਿਹਾ ਵੀ ਉਹ 1.6 ਟ੍ਰਿਲੀਅਨ ਡਾਲਰ ਜਿਹੜਾ ਬੱਚਿਆਂ ਦੇ ਉੱਤੇ, ਸਟੂਡੈਂਟਸ ਦੇ ਉੱਤੇ ਕਰਜ਼ਾ ਹੈਗਾ ਆ, ਉਹਨੂੰ ਉਹ ਵਾਲ ਸਟਰੀਟ ਦੇ ਜਿੰਨੇ ਵੀ ਟ੍ਰਾਂਜੈਕਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਟੈਕਸ ਲਾ ਕੇ ਉਸ ਕਰਜ਼ਾ ਮੁਕਤ ਕਰਨਗੇ। ਕਹਿੰਦੇ ਵੀ 0.5% ਜਿੰਨੇ ਵੀ ਸਟਾਕ ਟ੍ਰੇਡ ਹੁੰਦੇ ਹੈਗੇ ਆ, ਤੇ ਥੋੜੀ ਜਿਹੀ ਫੀਸ ਬੌਂਡਸ ਦੇ ਉੱਤੇ ਤੇ ਉਹਨਾਂ ਦੇ ਡੈਰੀਵੇਟਿਵਸ ਦੇ ਉੱਤੇ, ਤੇ ਜਿਹੜੇ ਕਿ 2.4 ਟ੍ਰਿਲੀਅਨ ਡਾਲਰ ਆਉਣ ਵਾਲੇ ਦਹਾਕੇ ਦੇ ਵਿੱਚ ਇਕੱਠੇ ਕਰਨਗੇ। ਤੇ ਕਹਿੰਦੇ ਭਈ 48 ਬਿਲੀਅਨ ਡਾਲਰ ਜਿਹੜੀ ਆ ਫੀ ਟਿਊਸ਼ਨ ਜਿਹੜੀ ਹੈਗੀ ਆ ਕਾਲਜਸ ਤੇ ਯੂਨੀਵਰਸਿਟੀਜ਼ ਨੂੰ, ਉੱਥੇ ਇਹ ਵਰਤੇ ਜਾ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਉਹਨਾਂ ਨੇ ਜਿਹੜਾ ਇੱਕ ਨਵਾਂ ਲੈਜਿਸਲੇਸ਼ਨ ਦਾ ਕਾਲਜ ਫਾਰ ਆਲ ਐਕਟ ਜਿਸ ਦਾ ਨਾਮ ਰੱਖਿਆ ਹੈ, ਉਸ ਦੇ ਵਿੱਚ 45 ਮਿਲੀਅਨ ਜਿਹੜੇ ਅਮਰੀਕਨਜ਼ ਜਿਨ੍ਹਾਂ ਉੱਤੇ ਕਰਜ਼ਾ ਹੈਗਾ, ਸਟੂਡੈਂਟ ਡੈਟਸ ਹੈਗਾ ਆ, ਉਹਨਾਂ ਨੂੰ ਮਾਫ ਕਰਨ ਦੀ ਵਿਉਂਤਬੰਦੀ ਜਿਹੜੀ ਇਸ ਹਿਸਾਬ ਦੇ ਨਾਲ ਉਹਨਾਂ ਨੇ ਘੜੀ ਆ, ਇਹ ਆਪਣੀ ਯੁਕਤ ਰੱਖੀ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ 2 ਤੇ 4 ਸਾਲ ਦਾ ਕਾਲਜ ਆ ਉਹ ਵੀ ਸਰਕਾਰੀ ਕਾਲਜ ਆ, ਇਸ ਹਿਸਾਬ ਦੇ ਨਾਲ ਉਹ ਅਡਲਟਸ ਦੇ ਲਈ ਉਸ ਨੂੰ ਫ੍ਰੀ ਕਰਨਗੇ। ਉੱਧਰ ਜਿਹੜਾ ਐਲਿਜ਼ਾਬੈਥ ਵੈਰਨ ਵਾਲਾ ਪਲਾਨ, ਜਿੱਦਾਂ ਤੁਸੀਂ ਦੱਸਿਆ ਵੀ ਉਹ $50,000 ਤੱਕ ਦੀ ਜਿਹੜੀ ਡੈਟ ਫॉरगिवनेस ਜਿਹੜੀ ਆ ਉਹ ਹੁੰਦੀ ਆ, ਉਹ ਉਸ ਪਾਸੇ ਵੱਲ ਨੂੰ ਸੋਚ ਰਿਹਾ। ਕਿਉਂਕਿ ਕੱਲ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੇ ਉਹ ਹੋਏ ਸੀਗੇ, ਉਹਨਾਂ ਨੇ ਡਿਬੇਟ ਜਿਹੜਾ ਵਗੈਰਾ ਉਹ ਕੀਤਾ ਸੀਗਾ। ਸੋ ਉਸ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਰੱਖੀਆਂ। ਤੇ ਸਭ ਤੋਂ ਜ਼ਿਆਦਾ ਟਰੈਕਸ਼ਨ ਇਸ ਟਾਈਮ ਕਹਿ ਸਕਦੇ ਹਾਂ ਵੀ ਬਰਨੀ ਸੈਂਡਰਸ ਦੇ ਜਿਹੜੇ ਇਸ $1.5 ਟ੍ਰਿਲੀਅਨ ਮੁਕਤ ਕਰਨ ਦੇ ਲਈ, ਲੋਕਾਂ ਨੂੰ ਡੈਟ ਫ੍ਰੀ ਕਰਨ ਦੇ ਲਈ, ਉਸ ਨੂੰ ਸਭ ਤੋਂ ਜ਼ਿਆਦਾ ਉਹ ਮਿਲ ਰਹੀ ਹੈਗੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਡਿਬੇਟਸ ਦੇ ਵਿੱਚੋਂ ਕੌਣ ਜਿਹੜਾ ਉਹ ਅੱਗੇ ਆਊਗਾ। ਵਾਲ ਸਟਰੀਟ ਵਾਲੇ ਤਾਂ ਕਦੀ ਨਹੀਂ ਚਾਹਣਗੇ ਵੀ ਉਹਨਾਂ ਦੇ ਉੱਤੇ ਜਿਹੜਾ ਆ ਉਹ ਟੈਕਸ ਲੱਗੇ। ਅਮਰੀਕਾ ਨੂੰ ਇੱਕ ਵਾਰੀ ਇਕਨੋਮਿਕ ਮੈਲਟਡਾਊਨ ਦੇ ਵਿੱਚ ਘੱਲਣ ਤੋਂ ਬਾਅਦ 'ਚ ਉਹਨਾਂ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਿਆ। ਤੇ ਬਹੁਤ ਵਾਰੀ ਜਿਹੜੇ ਟਰਾਈ ਕਰਦੇ ਨੇ, ਬਹੁਤ ਵਾਰੀ ਆ ਕੇ ਕਹਿੰਦੇ ਨੇ ਵੀ ਵਾਲ ਸਟਰੀਟ ਦੇ ਉੱਤੇ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਪਰ ਇਨ ਦੀ ਐਂਡ ਉਹਨਾਂ ਦੀ ਲੌਬੀ ਇੰਨੀ ਕੁ ਜ਼ਿਆਦਾ ਸਟਰੋਂਗ ਆ, ਇੰਨੇ ਕੁ ਜਿਹੜੇ ਡਾਲਰ ਉਹਨਾਂ ਦੇ ਹੱਥਾਂ ਦੇ ਵਿੱਚੋਂ ਲੰਘਦੇ ਨੇ ਵੀ ਕੋਈ ਉਹਨਾਂ ਨੂੰ ਜਿਹੜਾ ਕਹਿ ਲਓ ਵੀ ਡਰ ਦਾ ਵੀ ਹੱਥ ਪਾਉਣਾ ਜਿਹੜਾ ਉਹ ਨਹੀਂ ਚਾਹੁੰਦਾ। ਪਰ ਬਰਨੀ ਸੈਂਡਰਸ ਨੇ ਇਹ ਚੀਜ਼ ਜਿਹੜੀ ਹੁਣ ਪੇਸ਼ ਕੀਤੀ ਆ, ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਤੇ ਡੈਮੋਕ੍ਰੇਟ ਪਾਰਟੀ ਦੀਆਂ ਜਿਹੜੀਆਂ ਇਹ 23-24 ਜਾਣੇ ਜਿਹੜੇ ਇਸ ਟਾਈਮ ਇਲੈਕਸ਼ਨ ਲੜ ਰਹੇ ਨੇ, ਇਲੈਕਸ਼ਨ ਆਪਸ ਦੇ ਵਿੱਚ ਲੜ ਰਹੇ ਨੇ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਇਲੈਕਸ਼ਨ ਲੜਨ ਦੇ ਲਈ, ਉਹਦੇ ਵਿੱਚੋਂ ਕੌਣ ਅੱਗੇ ਉੱਭਰ ਕੇ ਆਉਂਦਾ ਆ। ਜੀ ਬਿਲਕੁਲ 0.5% ਕਹਿੰਦੇ ਸਟਾਕ ਟ੍ਰੇਡ ਦੇ ਉੱਤੇ ਚਾਰਜ ਕੀਤਾ ਜਾਏਗਾ, ਜੋ ਕਿ ਬਣਦਾ ਵੀ 50 ਸੈਂਟ $100 ਦੇ ਸਟਾਕ ਦੇ ਉੱਤੇ ਜਿਹੜਾ ਇਹ ਟੈਕਸ ਹੋਊਗਾ ਟ੍ਰਾਂਜੈਕਸ਼ਨ ਦੇ ਉੱਤੇ। ਤੇ 0.1% ਫੀਸ ਹੋਊਗੀ ਜਿਹੜੀ ਜਿੰਨੇ ਕੋਈ ਬੌਂਡ ਟ੍ਰੇਡ ਹੁੰਦਾ, ਤੇ 0.005% ਜਿਹੜੇ ਆ ਡੈਰੀਵੇਟਿਵ ਟ੍ਰੇਡਸ ਉਹਨਾਂ ਦੇ ਉੱਤੇ। ਸੋ ਇਹ $2.4 ਟ੍ਰਿਲੀਅਨ ਆਉਣ ਵਾਲੇ ਦਹਾਕੇ 'ਚ ਇਕੱਠਾ ਕਰ ਸਕਦੇ ਆ। ਇੰਨੇ ਘੱਟ ਜਿਹੜੀ ਚੀਜ਼ ਲਾਉਣ ਦੇ ਉੱਤੇ ਇਦਾਂ ਸੋ ਕਹਿੰਦੇ ਵੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਯੂਐਸ ਨੇ ਸਟਾਕ ਟ੍ਰੇਡ ਦੇ ਉੱਤੇ ਪਹਿਲਾਂ ਵੀ ਜਿਹੜੇ ਟੈਕਸ ਲਾਇਆ ਹੈਗਾ 1966 ਤੱਕ, ਤੇ 1966 ਦੇ ਵਿੱਚ ਫਿਰ ਇਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਸੀ। ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਵਿੱਚ ਹੋਰ ਜਿਹੜੇ ਮੁਲਕ ਹੈਗੇ ਆ, ਜਿਸ ਤਰ੍ਹਾਂ ਯੂਕੇ ਤੇ ਜਰਮਨੀ ਵੀ ਆ, ਉਹ ਵੀ ਕਹਿੰਦੇ ਵੀ ਜਿਹੜੇ ਟੈਕਸ ਲਾਉਂਦੇ ਹੈਗੇ ਸਟਾਕ ਟ੍ਰੇਡਸ ਦੇ ਉੱਤੇ। ਸੋ ਕਹਿੰਦੇ ਵੀ ਯੂਐਸ ਦੁਨੀਆ ਦੇ ਵਿੱਚ ਇੱਕ ਇਦਾਂ ਦਾ ਮੁਲਕ ਹੈਗਾ ਜਿੱਥੇ ਸਟੂਡੈਂਟਸ ਨੂੰ ਇੰਨਾ ਜ਼ਿਆਦਾ ਜਿਹੜਾ ਲੋਨ ਦੇਣਾ ਪੈਂਦਾ ਹੈਗਾ। ਕਹਿੰਦੇ ਵੀ ਕਈ ਤਾਂ ਅਮਰੀਕਨ 60 ਸਾਲਾਂ ਤੋਂ ਵੀ ਓਲਡਰ ਹੋ ਜਾਂਦੇ ਆ ਜਿਨ੍ਹਾਂ ਦੇ ਕੋਲ ਸਟੂਡੈਂਟ ਲੋਨ ਰਹਿੰਦਾ ਹੈਗਾ, ਤੇ ਉਹ ਪੇ ਨਹੀਂ ਹੁੰਦਾ ਹੈਗਾ। ਤੇ ਕਹਿੰਦੇ ਜਿਹੜੇ 65 ਸਾਲਾਂ ਤੋਂ ਉੱਤੇ ਜਿਹੜੇ ਹੈਗੇ ਆ, ਉਹਨਾਂ 'ਚ 40% ਦੇ ਕਰੀਬ ਆ ਜਿਹੜੇ ਆਲਰੇਡੀ ਡਿਫਾਲਟ ਦੇ ਵਿੱਚ ਹੈਗੇ ਆ ਆਪਣੇ ਸਟੂਡੈਂਟ ਲੋਨ। ਸਾਰੀ ਉਮਰ ਉਹਨਾਂ ਦੇ ਲੋਨ ਹੀ ਨਹੀਂ ਪੇ ਆਫ ਹੋਇਆ। ਤੇ ਕਹਿੰਦੇ ਵੀ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਕੰਟਰੀ ਦੇ ਵਿੱਚ ਜਿਹੜੇ ਆ ਸਟੂਡੈਂਟਸ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੀ ਐਜੂਕੇਸ਼ਨ ਲੈਣ ਦੇ ਲਈ ਇੰਨਾ ਜ਼ਿਆਦਾ ਲੋਨ ਲੈਣਾ ਪੈਂਦਾ ਹੈਗਾ। ਜੀ ਬਿਲਕੁਲ। ਹਾਲਾਤ ਜਿਹੜੇ ਕਾਫੀ ਐਜੂਕੇਸ਼ਨ ਨੂੰ ਲੈ ਕੇ ਇੱਥੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਜਿਹੜੀਆਂ ਸਟੂਡੈਂਟਸ ਦੇ ਲਈ ਕਿਤਾਬਾਂ ਦੀ ਕੀਮਤ ਆ ਉਹ 1000 ਗੁਣਾ ਤੋਂ ਵੱਧ ਚੁੱਕੀ ਆ। ਤੁਸੀਂ ਅੱਜ ਜਿਹੜੇ ਨਿਆਣੇ ਤੁਹਾਡੇ ਪੜ੍ਹਦੇ ਆ, ਜੇ ਉਹ ਕਾਲਜ ਦੀਆਂ ਕਿਤਾਬਾਂ ਲੈਂਦੇ ਆ, ਤੇ ਹਾਲਾਤ ਇੱਥੋਂ ਤੱਕ ਮਾੜੇ ਆ ਹਰਜੋਤ ਸਿੰਘ ਜੀ, ਜਿਲਦਾਂ ਵੀ ਵੇਚ ਰਹੇ ਨੇ। ਉਹ ਕਿਤਾਬ ਦੀਆਂ ਜਿਹੜੀਆਂ ਸਿਰਫ ਪੇਜ ਵਿੰਦੇ ਨੇ, ਵਿੱਚ ਪੰਚ ਹੋਲ ਕਰਕੇ ਵੀ ਬਾਅਦ 'ਚ ਜਿਲਦ ਜਾ ਕੇ ਬਾਹਰੋਂ ਖਰੀਦ ਕੇ ਉਹਦੇ ਵਿੱਚ ਜਿਹੜੀ ਉਹ ਪਾ ਲਓ। ਇਹਨਾਂ ਦੇ ਹਾਲਾਤ ਜਿਹੜੇ ਆ ਉਹ ਮਾੜੇ ਬਣੇ ਪਏ ਨੇ। $1000 ਤੱਕ ਦੀਆਂ ਕੀਮਤ ਦੀਆਂ ਜਿਹੜੀਆਂ ਆ
ਉਹ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਆ ਉਹ ਖਰੀਦਣੀਆਂ ਪੈ ਰਹੀਆਂ, ਜਦ ਕਿ ਉਹ ਇਹ ਵੀ ਨਹੀਂ ਆ ਵੀ ਬਹੁਤ ਵਾਰੀ ਵਰਤਣੀ ਆ, ਇੱਕ ਅੱਧਾ ਸਮੈਸਟਰ ਦੇ ਵਿੱਚ ਵਰਤ ਕੇ ਬਾਅਦ 'ਚ ਉਸ ਨੂੰ ਸਾਈਡ 'ਤੇ ਕਰਨਾ ਪੈ ਰਿਹਾ ਆ। ਕਈ ਜਿਹੜੇ ਪ੍ਰੋਫੈਸਰ ਆ ਇਸ ਚੀਜ਼ ਦੇ ਕਰਕੇ ਉਹ ਇਹਦੀਆਂ ਜੇ ਕਿਸੇ ਕੋਲ ਪਈ ਹੁੰਦੀ ਉਹ ਕਿਤਾਬ ਉਹ PDF ਕਰਕੇ ਸਾਰੇ ਕਲਾਸ ਦੇ ਨਾਲ ਸ਼ੇਅਰ ਕਰ ਲੈਂਦੇ ਆ, ਪਰ ਇਹਨਾਂ ਦੇ ਉੱਤੇ ਵੀ ਇਹ ਜਿਹੜੇ ਕਿਤਾਬ ਵਾਲਿਆਂ ਦੀ ਵੀ ਲੌਬੀ ਬਹੁਤ ਸਟਰੋਂਗ ਜਿਹੜੀ ਹੈਗੀ ਆ, ਉਹ ਕਾਲਜ ਵਾਲਿਆਂ ਦੇ ਉੱਤੇ ਪ੍ਰੈਸ਼ਰ ਪਾਉਂਦੀ ਹੈ ਵੀ ਨਹੀਂ ਤੁਸੀਂ ਬੱਚਿਆਂ ਨੂੰ ਨਵੀਆਂ ਕਿਤਾਬਾਂ ਖਰੀਦਣ ਦੇ ਲਈ ਪ੍ਰੇਰਿਤ ਕਰੋ, ਉਤਸ਼ਾਹਿਤ ਕਰੋ। ਸੋ ਹਾਲਾਤ ਕਾਫੀ ਜ਼ਿਆਦਾ ਮਾੜੇ ਆ। ਤੇ ਹਰਜੋਤ ਸਿੰਘ ਜੀ ਇੱਕ ਆંકੜੇ ਜਿਹੜੇ ਦੱਸਦੇ ਨੇ, ਕਹਿੰਦੇ ਵੀ ਤਕਰੀਬਨ ਐਵਰੇਜ ਪ੍ਰਾਈਸ ਜਿਹੜੀ ਇੱਕ ਸਟੂਡੈਂਟ ਦੇ ਉੱਤੇ ਭਾਰਦੀ ਆ ਉਹ $20,000 ਤੋਂ $30,000 ਹਰ ਇੱਕ ਜਣਾ ਜਿਹੜਾ ਡੈਟ ਦੇ ਵਿੱਚ ਹੈਗਾ ਆ। ਕਿਸੇ ਦੇ ਉੱਤੇ ਕਈਆਂ ਦੇ ਲੱਖਾਂ ਡਾਲਰ ਦੇ ਵਿੱਚ ਵੀ ਹੈਗੇ ਆ, ਕਾਰਨ ਆ ਵੀ ਉਹਨਾਂ ਨੇ ਜ਼ਿਆਦਾ ਜਿਹੜੀ ਆ ਵੱਡੀ ਐਜੂਕੇਸ਼ਨ ਤੱਕ ਜਿਹੜਾ ਉਹ ਲਿਆ ਆ। ਫਾਈਨੈਂਸ਼ੀਅਲ ਏਡ ਵਗੈਰਾ ਮਿਲਦੀ ਆ, ਪਰ ਬਹੁਤ ਘੱਟ ਲੋਕਾਂ ਤੱਕ ਜਿਹੜੀ ਉਹ ਫਾਈਨੈਂਸ਼ੀਅਲ ਏਡ ਉਹਦੇ ਲਈ ਉਹ ਐਲੀਜੀਬਲ ਹੁੰਦੇ ਨੇ। ਬਹੁਤਿਆਂ ਨੂੰ ਜਿਹੜਾ ਬੈਂਕਾਂ ਤੋਂ ਚੱਕ ਕੇ ਲੋਨ ਚੱਕ ਕੇ ਕਰਨਾ ਪੈਂਦਾ ਆ। ਤੇ ਬਾਅਦ ਦੇ ਵਿੱਚ ਇਹ ਹਾਲਾਤ ਹੈਗੇ ਨੇ ਸਟੂਡੈਂਟ ਲੋਨਸ ਦੇ, ਕਿਉਂਕਿ ਇੱਕ ਤਾਂ ਫੈਡਰਲ ਲੋਨ ਹੈਗੇ ਆ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਉਹ ਲੋਨ ਤੁਹਾਨੂੰ ਦੇਣਾ ਹੀ ਪੈਣਾ ਆ। ਤੇ ਜੇ ਰੱਬ ਨਾ ਕਰੇ ਕਿਸੇ ਉਸ ਸਟੂਡੈਂਟ ਦੇ ਨਾਲ ਕੁਝ ਹੋ ਜਾਂਦਾ ਆ, ਤੇ ਜਿਹੜੇ ਨਾਲ ਉਹਦੇ ਗਾਰਡੀਅਨਸ ਹੈਗੇ ਆ ਜਾਂ ਉਹਦੇ ਮਾਪੇ ਹੈਗੇ ਆ, ਗਾਂ ਜੇ ਕੋਈ ਨਿਆਣੇ ਹੈਗੇ ਆ, ਉਹਨਾਂ ਨੂੰ ਵੀ ਉਹ ਲੋਨ ਜਿਹੜਾ ਉਹ ਚੁਕਾਉਣਾ ਪੈਂਦਾ ਹੈ, ਫੋਰਬੀਅਰ ਜਿਹਨੂੰ ਲੋਨ ਕਹਿੰਦੇ ਆ। ਸੋ ਉਸ ਤਰੀਕੇ ਦਾ ਇਹ ਜਿਹੜੇ ਲੋਨ ਸਟੂਡੈਂਟ ਲੋਨਸ ਬਣੇ ਪਏ ਨੇ ਜੀ। ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਅੱਜ ਸੁਪਰੀਮ ਕੋਰਟ ਦੀ ਜਿਹੜੀ US ਦੀ ਸੁਪਰੀਮ ਕੋਰਟ ਆ, ਉਹਨਾਂ ਨੇ ਇੱਕ ਕੰਪਨੀ ਆ ਜਿਹੜੀ ਉਹ ਕੱਪੜੇ ਦਾ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਇੱਕ ਆਪਣੀ ਬ੍ਰਾਂਡ ਦਾ ਨਾਮ F ਵਰਡ ਦੇ ਨਾਲ ਯੂਜ਼ ਕਰਦਾ, ਮਿਲਦਾ ਜੁਲਦਾ ਜਿਹੜਾ ਉਹ ਨਾਮ ਰੱਖਿਆ ਆ। ਸੋ ਉਹਦਾ ਜਿਹੜਾ ਕੇਸ ਆ ਅਲਟੀਮੇਟਲੀ ਕਹਿੰਦੇ ਵੀ ਇਹ ਸ਼ਬਦ ਗਲਤ ਹੈਗਾ ਆ, ਸਹੀ ਨਹੀਂ ਹੈਗਾ, ਤੇ ਉਹ ਅਲਟੀਮੇਟਲੀ US ਸੁਪਰੀਮ ਕੋਰਟ ਤੱਕ ਕੇਸ ਗਿਆ। ਤੇ US ਸੁਪਰੀਮ ਕੋਰਟ ਨੇ ਅੱਜ 6 ਦੇ ਮੁਕਾਬਲੇ 3 ਦੇ ਨਾਲ ਇਹ ਕਿਹਾ ਵੀ ਉਹ F ਵਰਡ ਯੂਜ਼ ਹੋ ਸਕਦਾ ਆ, ਕਿਉਂਕਿ ਇਹ ਫਸਟ ਅਮੈਂਡਮੈਂਟ ਜਿਹੜਾ ਹੈਗਾ ਆ, ਫਸਟ ਅਮੈਂਡਮੈਂਟ ਉਹਦੀ ਵਾਇਲੇਸ਼ਨ ਹੈਗੀ ਆ। ਜੀ ਆਪਾਂ ਨੂੰ ਬੈਨ ਕਰਦੇ ਆ, ਜੀ ਬੈਨ ਕਰਦੇ ਆ। ਫਿਰ ਕਿਸੇ ਕੋਲ ਵੀ ਹੱਕ ਹੈਗਾ ਆ ਵੀ ਉਹ ਇਹ ਵਰਡ ਯੂਜ਼ ਕਰ ਸਕਦਾ। ਬੇਸਿਕਲੀ ਐਗਜ਼ੈਕਟ ਉਹ ਵਰਡ ਨਹੀਂ ਆ, ਉਹ FUCT ਕਰਕੇ ਜਿਹੜਾ ਇਹ ਕਲੋਥਿੰਗ ਦਾ ਜਿਹੜਾ ਬ੍ਰਾਂਡ ਹੈਗਾ, ਜੋ ਕਿ ਜਿਹੜਾ F ਵਰਡ ਜਿਸ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਆ, ਉਸ ਦੇ ਨਾਲ ਕਾਫੀ ਜ਼ਿਆਦਾ ਮਿਲਦਾ ਜੁਲਦਾ, ਬੋਲਣ ਦੇ ਵਿੱਚ ਵੀ ਆਲਮੋਸਟ ਤਕਰੀਬਨ ਉਦਾਂ ਦਾ ਹੀ ਜਿਹੜਾ ਉਹ ਲੱਗਦਾ ਆ। ਪਰ ਉਹਨਾਂ ਦੇ ਜਿਹੜੇ ਓਨਰਸ ਆ ਉਹਨਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਕਹਿ ਲਓ ਵੀ ਮਿਲੀ ਆ। ਤੇ ਹੁਣ ਉਹ ਜਿਹੜਾ ਵਰਡ FUCT ਕਰਕੇ ਜਿਹੜਾ ਵਰਡ ਹੈਗਾ ਆਪਣਾ ਕਲੋਥਿੰਗ ਬ੍ਰਾਂਡ ਦਾ, ਉਹ ਵਰਤ ਸਕਦੇ ਨੇ। ਇਸ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਆ ਉਹ ਪਹੁੰਚਿਆ ਹੋਇਆ ਸੀਗਾ। ਸੋ ਬਿਲਕੁਲ ਉਹਦੇ ਜਿਹੜੇ ਕੰਪਨੀ ਦੇ ਮਾਲਕ ਆ ਐਰਿਕ ਬਰੂਨੈਟੀ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ 1990 ਦੇ ਵਿੱਚ ਇਹ ਕੰਪਨੀ ਜਿਹੜੀ ਫਾਊਂਡ ਕੀਤੀ ਸੀ, ਬਣਾਈ ਸੀਗੀ, ਪਰ ਸਾਡੀ ਕੰਪਨੀ ਦਾ ਨਾਮ ਕਹਿੰਦੇ ਇਹ FUCT ਇਹ ਹੈਗਾ ਫਰੈਂਡਸ ਯੂ ਕਾਂਟ ਟਰਸਟ। ਸੋ ਇਹ ਉਹਨਾਂ ਨੇ ਕੰਪਨੀ ਦਾ ਨਾਮ ਆ। ਪਰ ਹੁਣ ਤੁਸੀਂ ਸ਼ਰਾਰਤੀ ਲੋਕ ਜਿਹੜੇ ਬਾਅਦ ਬਹਾਨੇ ਉਹਨਾਂ ਦੀ ਇੰਟੈਂਸ਼ਨ ਕੀ ਸੀ ਤੇ ਕੰਪਨੀ ਦਾ ਨਾਮ ਕੀ ਸੀ, ਪਰ ਇਹ ਮੈਨੂੰ ਲੱਗਦਾ ਵੀ ਇਸ ਦੇ ਨਾਲ ਉਹਨਾਂ ਨੂੰ ਹੁਣ ਪਪੂਲੈਰਿਟੀ ਬਹੁਤ ਮਿਲ ਗਈ, ਪਪੂਲੈਰਿਟੀ ਉਹਨਾਂ ਦੀ ਫ੍ਰੀ ਚ ਹੋ ਗਈ। ਸੁਪਰੀਮ ਕੋਰਟ ਤਾਈਂ ਕੇਸ ਗਿਆ, ਹੁਣ ਹਰ ਇੱਕ ਨੇ ਜਿਹੜੀ ਇਸ ਦੇ ਬਾਰੇ ਗੱਲਬਾਤ ਆ ਉਹ ਜ਼ਰੂਰ ਕਰਨੀ ਆ। ਜੇ ਕੋਈ ਨਹੀਂ ਵੀ ਹੋਇਆ ਤਾਂ ਉਹ ਵੀ ਬਣਾਉਣਗੇ, ਜਾਣਬੁੱਝ ਕੇ ਕੁਛ ਐਬਰੀਵੇਸ਼ਨ ਉਹਨਾਂ ਨੇ ਉਸ ਤਰੀਕੇ ਦੇ ਨਾਲ ਹੁਣ ਬਣਾਈ ਹੋਈ ਆ ਸੁਪਰੀਮ ਕੋਰਟ। ਕਿਉਂਕਿ ਹਰਜੋਤ ਸਿੰਘ ਜੀ ਹੁਣ ਸੈਸ਼ਨ ਦੇ ਵਿੱਚ ਆ, ਸੋ ਬਹੁਤ ਸਾਰੇ ਜਿਹੜੇ ਕੇਸ ਆ ਇਸ ਸੈਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਦੇ ਉੱਤੇ ਜਿਹੜੀ ਸੁਣਵਾਈ ਕਰਨੀ ਹੈਗੀ ਆ, ਜਿਸ ਦੇ ਵਿੱਚ ਕਹਿੰਦੇ ਵੀ 12 ਬੜੇ ਅਹਿਮ ਡਿਸੀਜਨ ਇਸ ਹਫਤੇ ਦੇ ਵਿੱਚ ਉਹਨਾਂ ਨੇ ਲੈਣੇ ਆ। ਤੇ ਸਭ ਤੋਂ ਅਹਿਮ ਡਿਸੀਜਨਾਂ ਦੇ ਵਿੱਚੋਂ ਇੱਕ ਜਿਹੜਾ ਸੈਂਸਸ ਸਿਟੀਜ਼ਨਸ਼ਿਪ ਦਾ ਜਿਹੜਾ ਸਵਾਲ ਆ, ਉਸ ਦੇ ਵਿੱਚ ਇਸ ਹਫਤੇ ਦੇ ਵਿੱਚ ਫੈਸਲਾ ਆ ਸੁਪਰੀਮ ਕੋਰਟ ਸੁਣਾ ਸਕਦੇ ਆ। ਸੋ ਇਹ ਹੁਣ ਜਸਟਿਸਿਸ ਜਿਹੜੇ ਹੈਗੇ ਨੇ ਆਪਣੇ 9 ਜਸਟਿਸਿਸ, ਉਹ ਕਿਸ ਪਾਸੇ ਵੱਲ ਨੂੰ ਝੁਕਦੇ ਨੇ, ਕਿੱਦਾਂ ਦਾ ਝੁਕਾਵ ਜਿਹੜਾ ਰਹੂਗਾ ਉਹ ਦੇਖਣ ਵਾਲੀ ਗੱਲ ਰਹੂਗੀ। ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦਾ ਆ ਵੀ ਜਿਹੜਾ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਜਿਹੜਾ ਸਵਾਲ ਆ ਉਹ ਪੁੱਛਿਆ ਜਾਵੇ। ਉਸ ਦੇ ਪਿੱਛੇ ਡਿਪਾਰਟਮੈਂਟ ਆਫ ਜਸਟਿਸ ਇਹ ਕਾਰਨ ਕਹਿੰਦਾ ਵੀ ਜਿਹੜੇ ਮਾਈਨੋਰਟੀਜ਼ ਹੈਗੇ ਆ ਉਹਨਾਂ ਦਾ ਇਹੀ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਕੋਈ ਵੋਟਿੰਗ ਰਾਈਟ ਉਹਨਾਂ ਦੇ ਠੀਕ ਚੱਲ ਰਹੇ ਆ, ਉਹਨਾਂ ਦੀਆਂ ਕੋਈ ਵਾਇਲੇਸ਼ਨਸ ਨਹੀਂ ਹੈਗੀ। ਪਰ ਜਦ ਕਿ ਜਿਹੜੇ ਇਸ ਦੇ ਕ੍ਰਿਟੀਕ ਹੈਗੇ ਨੇ ਉਹ ਇਹ ਕਹਿੰਦੇ ਨੇ ਵੀ ਇਹਨਾਂ ਦਾ ਮਕਸਦ ਤਾਂ ਇਹੀ ਆ ਵੀ ਸਿਰਫ ਜਿਹੜੀ ਇੱਕ ਵਾਈਟ ਰੂਲ ਆ ਉਸ ਨੂੰ ਅਫਰਮ ਕਰਨਾ। ਹਰਜੋਤ ਸਿੰਘ ਜੀ 1896 ਦੀ ਇੱਕ ਰੂਲਿੰਗ
ਪਲੇਸੀ ਵਰਸਸ ਫਰਗਿਊਸਨ ਦੀ ਬੜੀ ਇੱਕ ਮਸ਼ਹੂਰ ਆ, ਤੇ ਜਿਸ ਦਾ ਇੱਕ ਹਿਸਾਬ ਦੇ ਨਾਲ ਲੋਕ ਉਹ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਉਸ ਦੇ ਉੱਤੇ ਧੱਬੇ ਦੇ ਵਜੋਂ ਜਿਹੜਾ ਉਹ ਦੇਖਦੇ ਆ ਵੀ ਜਿਸ ਦੇ ਵਿੱਚ ਉਹਨਾਂ ਨੇ ਮਾਈਨੋਰਟੀ ਦੇ ਖਿਲਾਫ ਵੀ ਉਹਨਾਂ ਨੂੰ ਸੈਗਰੀਗੇਟਿਡ ਬੱਸ ਦੇ ਵਿੱਚ ਜਿਹੜਾ ਉਹ ਬਿਠਾਉਣ ਦਾ ਜਿਹੜਾ ਮਾਮਲਾ ਸੀ ਉਸ ਨੂੰ ਉਹਨਾਂ ਨੇ ਪੁਸ਼ਟ ਜਿਹੜਾ ਆ ਕੀਤਾ ਸੀਗਾ ਵੀ ਹਾਂ ਜੇ ਤੁਹਾਨੂੰ ਸਾਈਡ ਤੇ ਇਦਾਂ ਇਸ ਸੈਗਰੀਗੇਟ ਕਰਕੇ ਬਿਠਾ ਰਹੇ ਆ ਤੇ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈਗੀ। ਸੋ ਕਈ ਲੋਕ ਜਿਹੜੇ ਆ ਸਿਟੀਜ਼ਨਸ਼ਿਪ ਦੇ ਸਵਾਲ ਨੂੰ ਉਸ ਰੂਲ ਦੇ ਨਾਲ ਜੋੜ ਕੇ ਵੀ ਜਿਹੜਾ ਉਹ ਦੇਖ ਰਹੇ ਨੇ। ਸੋ ਬਿਲਕੁਲ ਜੀ ਸੈਂਸਸ ਦੀ ਗੱਲ ਕਰਦੇ ਜੀ ਰਾਜਕਨਵੀਰ ਸਿੰਘ ਜੀ ਆਲਰੇਡੀ ਉਹਨਾਂ ਨੇ ਪ੍ਰੀਲਿਮਿਨਰੀ ਜਿਹੜੇ ਪੈਂਪਲੇਟ ਆ ਉਹ ਭੇਜਣੇ ਸ਼ੁਰੂ ਕਰ ਦਿੱਤੇ। ਉਹਦੇ ਤੁਸੀਂ ਆਨਲਾਈਨ ਜਾ ਕੇ ਬਹੁਤ ਸਾਰੀ ਆਪਣੀ ਇਨਫੋਰਮੇਸ਼ਨ ਐਂਟਰ ਕਰ ਸਕਦੇ। ਮੈਂ ਵੀ ਖੁਦ ਕੀਤੀ ਆ, ਪਰ ਉਹਦੇ 'ਚ ਕੁਛ ਕੁ ਜਿਹੜੀਆਂ ਹੈਗੀਆਂ ਗੱਲਾਂ ਬਹੁਤ ਨੋਟ ਕਰਨ ਵਾਲੀਆਂ ਆਪਾਂ ਜਕਾਰੇ ਵਾਲਿਆਂ ਨਾਲ ਵੀ ਗੱਲ ਕਰਕੇ ਜ਼ਰੂਰ ਡਿਸਕਸ ਕਰਾਂਗੇ। ਉਹ 'ਚ ਇੱਕ ਆਪਸ਼ਨ ਜਿਹੜੀ ਸੀ ਨਾ ਉਹਨੇ ਇਹ ਲਿਖਿਆ ਸੀ ਏਸ਼ੀਅਨ ਇੰਡੀਅਨ। ਸੋ ਆਪਾਂ ਏਸ਼ੀਅਨ ਇੰਡੀਅਨ ਤਾਂ ਹੈ ਨਹੀਂ, ਸੋ ਆਪਾਂ ਪੰਜਾਬੀ ਆ, ਥੱਲੇ ਜਾ ਕੇ ਆਪਾਂ ਪੰਜਾਬੀ ਲਿਖਿਆ ਹੈਗਾ ਹਨਾ। ਸੋ ਉਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਕਿੱਥੇ ਕੀ ਲਿਖਣਾ ਹੈਗਾ। ਨਹੀਂ ਤਾਂ ਫਿਰ ਉਹੀ ਗੱਲ ਹੋਣੀ ਹੈਗੀ ਆ ਪੰਜਾਬੀ ਲੈਂਗੁਏਜ ਫੇਰ ਸਾਡੀ ਰਹਿ ਜਾਣੀ ਆ ਤੇ ਮੁੜ ਕੇ ਸਾਰੀਆਂ ਦੂਜੀਆਂ ਲੈਂਗੁਏਜ ਜਿਹੜੀਆਂ ਹੈਗੀਆਂ ਉਸ ਮੁਲਕ ਦੀਆਂ ਆ ਜਾਣੀਆਂ ਹੈਗੀਆਂ। ਉਹ ਆਪਾਂ ਜ਼ਰੂਰ ਥੋੜੇ 1-2 ਦਿਨਾਂ ਦੇ ਵਿੱਚ ਹੀ ਕਰਾਂਗੇ ਕਿਉਂਕਿ ਆਲਰੇਡੀ ਉਹਨਾਂ ਨੇ ਜਿਹੜੇ ਮੇਲਰਸ ਆ ਮੇਲ ਕਰ ਦਿੱਤੇ ਹੈਗੇ ਆ। ਬਿਲਕੁਲ ਉਹ ਵੀ ਆਉਣ ਜੀ ਸਦਕੇ ਆਉਣ, ਪਰ ਆਪਣੀ ਵਾਲੀ ਮਿਸ ਨਾ ਹੋਵੇ। ਇਹ ਵੀ ਜਿਹੜਾ ਜ਼ਰੂਰ ਅਹਿਮ ਜਿਹੜੀ ਚੀਜ਼ ਹੈਗੀ ਆ। ਪੰਜਾਬੀ ਸੂਬੇ ਵੇਲੇ ਸਭ ਨੂੰ ਪਤਾ ਹੈ ਵੀ ਉਦੋਂ ਪੰਜਾਬੀ ਦੇ ਨਾਲ ਕਿੰਨਾ ਧੋਖਾ ਹੋਇਆ ਸੀਗਾ। ਕਈ ਲੋਕ ਬੋਲਦੇ ਪੰਜਾਬੀ, ਪੜ੍ਹਦੇ ਪੰਜਾਬੀ, ਲਿਖਦੇ ਪੰਜਾਬੀ ਆ, ਪਰ ਉਦੋਂ ਉਹਨਾਂ ਨੇ ਕਿਹੜੀ ਆਪਣੀ ਜਿਹੜੀ ਭਾਸ਼ਾ ਜਿਹੜੀ ਆ ਉਹ ਲਿਖਾ ਦਿੱਤੀ ਸੀਗੀ। ਸੋ ਇਦਾਂ ਦਾ ਇਹ ਹਾਲਾਤ ਆਪਣੇ ਇੱਥੇ ਨਾ ਬਣਨ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬੀ ਦਾ ਰੂਲ ਬਣਨਾ ਸੀਗਾ ਵੀ ਜਿੱਥੇ 3% ਤੋਂ ਵੱਧ ਪਾਪੂਲੇਸ਼ਨ ਹੈਗੀ ਆ ਵੀ ਉਹ ਜੇ ਅਪਰੂਵ ਹੋ ਜਾਂਦਾ ਵੀ ਉੱਥੇ ਉਹਨਾਂ ਨੂੰ ਉਸ ਆਪਣੀ ਬੋਲੀ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਸਹੂਲਤ ਮਿਲਣੀ ਸੀਗੀ। ਪਰ ਜਿਹੜਾ ਗਵਰਨਰ ਜੈਰੀ ਬਰਾਊਨ ਉਸਨੇ ਬੈਕ ਸਟੈਪ ਕੀਤਾ। ਉਸਨੇ ਉਸ ਸਾਰਿਆਂ ਦੇ ਵੱਲੋਂ ਜਿਹੜਾ ਪਾਸ ਹੋਏ ਬਿੱਲ ਸੀਗਾ ਉਸ ਦੇ ਉੱਤੇ ਵੀਟੋ ਜਿਹੜਾ ਉਸਨੇ ਉਹ ਕਰ ਦਿੱਤਾ ਸੀਗਾ। ਸੋ ਇਹ ਆਪਾਂ ਨੂੰ ਮੈਜੋਰਟੀ ਦੇ ਨਾਲ ਰਾਜਕਨਵੀਰ ਸਿੰਘ ਜੀ ਉਹ ਬਿੱਲ ਪਾਸ ਹੋਇਆ ਸੀ ਜਿਹੜੀ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚੋਂ ਵੀ ਅਸੈਂਬਲੀ ਚੋਂ ਵੀ 100% ਉਹ ਹੱਕ ਦੇ ਵਿੱਚ ਸੀ। ਕੋਈ ਇੱਕ ਵੀ ਬੰਦਾ ਅਗੇਂਸਟ ਨਹੀਂ ਸੀ। ਬੇਕਰਸਫੀਲਡ ਤੋਂ ਅਸੈਂਬਲੀਮੈਨ ਜਿਹੜੇ ਆ ਰੂਡੀ ਸਾਲਸ ਉਹ ਲੈ ਕੇ ਆਏ ਸੀ। ਸੋ ਐਨ ਐਂਡ ਤੇ ਜਾ ਕੇ ਜਿਹੜਾ ਜੈਰੀ ਬਰਾਊਨ ਆ ਜਿਹਨੂੰ ਬਹੁਤ ਸਾਰੇ ਆਪਣੇ ਸਿੱਖ ਭਰਾ ਨਾ ਸਪੋਰਟ ਕਰਦੇ ਰਹੇ ਫਾਈਨੈਂਸ਼ੀਅਲੀ ਬਹੁਤ, ਤੁਹਾਨੂੰ ਪਤਾ ਹੀ ਆ ਫੋਟੋਆਂ ਤੁਸੀਂ ਪੇਪਰਾਂ 'ਚ ਦੇਖਦੇ ਆ ਕਿੱਦਾਂ ਲਾਈਆਂ ਹੁੰਦੀਆਂ ਉਹਨਾਂ ਨੇ। ਚਲੋ ਦੋਨੋਂ ਪਾਸੇ ਕਰਦੇ ਹੀ ਆ ਸਪੋਰਟ, ਪਰ ਜੇ ਸਪੋਰਟ ਕਰਨੀ ਹੈ ਤਾਂ ਕੰਮ ਵੀ ਕਰਾਓ। ਉਹਨਾਂ ਨੂੰ ਪੁੱਛਣਾ ਚਾਹੀਦਾ ਸੀ। ਐਨ ਐਂਡ ਤੱਕ ਕਹਿੰਦੇ ਰਹੇ, ਈਵਨ ਉਹਦਾ ਐਡਵਾਈਜ਼ਰ ਵੀ ਇੱਕ ਪੰਜਾਬੀ ਸੀ, ਉਹ ਕਹਿੰਦਾ ਰਿਹਾ ਵੀ ਨਹੀਂ ਅਸੀਂ ਸਾਈਨ ਕਰ ਦੇਣੇ, ਪਰ ਐਂਡ ਤੇ ਜਾ ਕੇ ਹੁਣ ਸਾਈਨ ਕਰਨੋਂ ਉਹ ਮੁੱਕਰ ਗਿਆ ਵੀ ਨਹੀਂ ਇਹ ਅਸੀਂ ਅਲਾਉ ਨਹੀਂ ਕਰਨਾ। ਜਦ ਬਾਕੀ ਦੀਆਂ 11-12 ਲੈਂਗੁਏਜ ਕੈਲੀਫੋਰਨੀਆ 'ਚ ਹੈਗੀਆਂ ਤੇ ਪੰਜਾਬੀ ਕਿਉਂ ਨਹੀਂ ਹੋ ਸਕਦੀ? ਕਿਉਂ ਨਹੀਂ ਹੈਗੀ ਜਦ ਕਿ ਇੰਨੀ ਪਾਪੂਲੇਸ਼ਨ ਆ ਉਹ ਪੰਜਾਬੀਆਂ ਦੀ ਇੱਥੇ ਹੈਗੀ, ਪੰਜਾਬੀ ਬੋਲਣ ਵਾਲਿਆਂ ਦੀ। ਸੋ ਇਹ ਸਿਟੀਜ਼ਨਸ਼ਿਪ ਦੇ ਜਿਹੜਾ ਸਵਾਲ ਆ ਬੜਾ ਅਹਿਮ ਰਹਿਣਾ ਆ ਸੈਂਸਸ ਦੇ ਵਿੱਚ। ਇਹ ਵੀ ਇੱਕ ਬਹੁਤ ਅਹਿਮ ਜਿਹੜੀ ਚੀਜ਼ ਹੋਣੀ ਆ ਕਿਉਂਕਿ ਦੇਖੋ ਫੰਡਿੰਗ ਦਾ ਇਸ ਦੇ ਨਾਲ ਬਹੁਤ ਜ਼ਿਆਦਾ ਅਸਰ ਪੈਣਾ। ਜੇ ਇਕੱਲੇ ਸਿਟੀਜ਼ਨਸ਼ਿਪ ਦੇ ਸਵਾਲ ਕਰਕੇ ਬਹੁਤ ਸਾਰੇ ਲੋਕਾਂ ਨੇ ਡਰਦੇ ਜਿਹੜੇ ਆ ਇਸ ਸੈਂਸਸ ਦੇ ਵਿੱਚ ਫਿਰ ਹਿੱਸਾ ਨਹੀਂ ਲੈਣਾ ਵੀ ਇਹ ਨਾ ਹੋਵੇ ਵੀ ਇਹ ਤਾਂ ਮਾਰਕ ਕਰ ਲੈਣਗੇ ਵੀ ਅਸੀਂ ਸਿਟੀਜ਼ਨ ਹੈਗੇ ਆ ਕਿ ਨਹੀਂ ਹੈਗੇ, ਤੇ ਉਹ ਜਿੱਦਾਂ ਆਈਸ ਦੀਆਂ ਰੇਡਾਂ ਐਤਵਾਰ ਨੂੰ ਪੈਣੀਆਂ ਸੀਗੀਆਂ ਵੀ ਉੱਦਾਂ ਕਿਤੇ ਉਹਨਾਂ ਨੂੰ ਫਿਰ ਉਹ ਡਰ ਲੱਗਣਾ ਆ ਵੀ ਕਿਤੇ ਸਾਨੂੰ ਹੀ ਨਾ ਘਰੋਂ ਜਿਹੜਾ ਆ ਕੇ ਜਿਹੜੇ ਉਹ ਚੱਕੀ ਜਾਣ ਨਾ। ਸੋ ਦੇਖੋ ਡਰ ਤਾਂ ਰਹਿੰਦਾ ਹੀ ਆ ਜਿਹੜਾ ਖਾਸ ਕਰਕੇ ਚਾਹੇ ਉਹ ਇੱਥੇ ਹੁਣ ਪੱਕਾ ਵੀ ਹੈ, ਕੋਈ ਕਾਗਜ਼ ਵੀ ਆ, ਇੱਕ ਜਿਹੜਾ ਬਾਹਰੋਂ ਆਇਆ ਹੁੰਦਾ ਬੰਦਾ ਤੇ ਜਿਹੜਾ ਇੱਥੇ ਜੰਮਿਆ ਹੁੰਦਾ ਉਹਦੇ ਸੋਚਣ ਦੇ ਵਿੱਚ ਤੇ ਉਹਦੇ ਗੱਲ ਕਰਨ ਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਆ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਸੋ ਇਹ ਇੱਕ ਬੜਾ ਅਹਿਮ ਆ ਤੇ ਆਪਾਂ ਆਪਣੀ ਬੋਲੀ ਦੇ ਲਈ ਜ਼ਰੂਰ ਆਪਾਂ ਵੱਧ ਤੋਂ ਵੱਧ ਜੋੜ ਲਾਉਣਾ ਹੈ। ਕਿੱਦਾਂ ਉਹ ਆਪਾਂ ਕੁਝ ਕਰਨਾ ਆ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਜਿਹੜਾ ਉਹ ਸਾਂਝਿਆ ਕਰਾਂਗੇ। ਤੇ ਆਪਾਂ ਹੋਰ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਬਾਤਾਂ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਇਦਾਂ ਚੱਲਦੀਆਂ ਰਹਿਣਗੀਆਂ, ਪਰ ਇੱਕ ਬ੍ਰੇਕ ਲੈ ਕੇ ਆਪਾਂ ਵਾਪਸ ਹਾਜ਼ਰ ਹੁੰਦੇ ਆ ਤੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA, ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ।
ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਰੱਖੋ, ਗ੍ਰੈਂਡ ਪਵੇਲੀਅਨ ਇਹ ਹੁਣ ਕੇਟਰਿੰਗ ਵੀ ਕਰਦੇ ਹਨ। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ ਡੀਓਟੀ, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1 ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916 550 0350। ਸਾਊਥ ਸੈਕਰਾਮੈਂਟੋ ਵਿੱਚ ਇੱਕ ਸਥਾਪਿਤ ਦਫ਼ਤਰ ਵਾਸਤੇ ਪਾਰਟ ਟਾਈਮ ਵਿਅਕਤੀ ਦੀ ਜ਼ਰੂਰਤ ਹੈ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ। ਲੋੜਵੰਦ ਨੂੰ ਬੇਸਿਕ ਕੰਪਿਊਟਰ ਦਾ ਗਿਆਨ ਹੋਣਾ ਲਾਜ਼ਮੀ ਹੈ। ਹੋਰ ਜਾਣਕਾਰੀ ਲਈ ਕਾਲ 916 308 7997 916 308 7997। ਸਾਊਥ ਸੈਕਰਾਮੈਂਟੋ ਦੇ ਸਥਾਪਿਤ ਦਫ਼ਤਰ ਵਾਸਤੇ ਪਾਰਟ ਟਾਈਮ ਵਿਅਕਤੀ ਦੀ ਜ਼ਰੂਰਤ ਹੈ। ਬੇਸਿਕ ਕੰਪਿਊਟਰ ਦਾ ਗਿਆਨ ਹੋਣਾ ਲਾਜ਼ਮੀ ਹੈ। ਕਾਲ 916 308 7997 916 308 7997। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਇੱਕ ਵਾਰੀ ਫੇਰ ਸਵਾਗਤ ਹੈ ਹਰਜੋਤ ਸਿੰਘ ਜੀ ਆਇਆਂ ਨੂੰ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਦੇ ਹਾਂ ਤੇ ਪਰ ਆਪਣੇ ਨਾਲ ਜਿਹੜੇ ਜਗਾਰਾ ਮੂਵਮੈਂਟ ਵਾਲੇ ਹਰਜੀਤ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ। ਉਹਨਾਂ ਦੇ ਕੀ ਪ੍ਰੋਗਰਾਮ ਹੈਗੇ ਨੇ, ਕੀ ਉਹਨਾਂ ਨੇ ਇਸ ਹਫਤੇ ਦੇ ਵਿੱਚ ਜਾਂ ਆਉਣ ਵਾਲੇ ਕਿਹੜੇ ਪ੍ਰੋਗਰਾਮ ਨੇ ਉਸ ਦੇ ਬਾਰੇ ਜਾਣਕਾਰੀ ਦੇਣਗੇ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ ਬਹੁਤ ਤੁਹਾਡਾ ਖਬਰ ਸ਼ੇਅਰ ਕਰਨ ਦਾ। ਸੋ ਇਸ ਹਫ਼ਤੇ ਮੇਰੇ ਕੋਲ ਤੁਹਾਡੇ ਵਾਸਤੇ 2 ਅਪਡੇਟਸ ਹੈਗੇ ਨੇ ਜੀ। ਸੋ ਪਹਿਲੀ ਅਪਡੇਟ ਮੈਂ ਸ਼ੇਅਰ ਕਰਨਾ ਚਾਹੁੰਦਾ, ਸਾਡੇ ਇਸ ਪਿਛਲੇ ਵੀਕਐਂਡ ਲਲਕਾਰ ਕਾਨਫਰੰਸ ਦੀ ਆਰੰਭ ਹੋਈ ਤੇ ਕਾਨਫਰੰਸ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ। ਸਾਨੂੰ ਐਕਚੁਅਲੀ
ਪਤਾ ਹੀ ਨਹੀਂ ਲੱਗਾ 3 ਦਿਨ ਕਿੱਥੇ ਗਏ ਕਿਉਂਕਿ ਬਹੁਤ ਵਧੀਆ ਲੱਗਾ। ਕਾਫੀ ਇਮੋਸ਼ਨਲ ਟੌਪਿਕ ਸੀ। ਸਾਰੇ ਜਿਹੜੇ ਪਾਰਟਿਸਿਪੈਂਟਸ ਆਏ 100 ਜਣੇ ਲਗਭਗ ਇਕੱਠੇ ਹੋਏ ਸਨ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਾ। ਬਹੁਤ ਕੁਛ ਅਸੀਂ ਇਨਫੋਰਮੇਸ਼ਨ ਵੀ ਲਰਨ ਕੀਤੀ ਤੇ ਅਸੀਂ ਬਹੁਤ ਧੰਨਵਾਦੀ ਹਾਂ। ਸਾਡੇ ਨਾਲ ਬੀਬੀ ਨਵਕੀਰਨ ਕੌਰ ਖਾਲੜਾ ਅਤੇ ਬੀਬੀ ਪਰਮਜੀਤ ਕੌਰ ਵੀ ਆਏ ਸਨ ਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਬਾਰੇ ਸ਼ੇਅਰ ਕੀਤਾ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਬਾਰੇ ਸਰਦਾਰ ਜਸਵੰਤ ਸਿੰਘ ਖਾਲੜਾ ਅਤੇ ਭਾਈ ਅਮਰੀਕ ਸਿੰਘ ਉਹਨਾਂ ਬਾਰੇ ਵੀ ਸ਼ੇਅਰ ਕੀਤਾ ਵੀ ਉਹ ਉਹਨਾਂ ਦਾ ਐਕਸਪੀਰੀਅੰਸ ਕੀ ਸੀ, ਉਸ ਵਕਤ ਕੀ ਕਰ ਰਹੇ ਤੇ ਉਹਨਾਂ ਦੇ ਫੈਮਿਲੀ ਦਾ ਐਕਸਪੀਰੀਅੰਸ ਕੀ ਹੈ। ਸੋ ਕਾਫੀ ਇਮੋਸ਼ਨਲ ਪ੍ਰੋਗਰਾਮ ਸੀ। ਸਾਨੂੰ ਸਾਰਿਆਂ ਨੂੰ ਲੱਗਾ ਵੀ ਇਹ ਅਸੀਂ ਕਈ ਵਾਰ ਸਟੋਰੀ ਸੁਣਦੇ ਹਾਂ, ਕਈ ਵਾਰ ਰੇਡੀਓ ਤੇ ਵੀ ਸੁਣਦੇ ਹਾਂ ਵੀ ਕੀ ਹੋ ਰਿਹਾ, ਪਰ ਐਕਚੁਅਲੀ ਜਿਨ੍ਹਾਂ ਨੇ ਫੈਮਿਲੀ ਵਿੱਚ ਕਾਫੀ ਕਲੋਸਲੀ ਐਕਸਪੀਰੀਅੰਸ ਕੀਤਾ ਉਹਨਾਂ ਨੇ ਸ਼ੇਅਰ ਕੀਤਾ। ਬਹੁਤ ਵਧੀਆ ਲੱਗਾ ਜੀ। ਜੀ ਬਿਲਕੁਲ ਬਿਲਕੁਲ। ਸੋ ਇਹ ਤਾਂ ਜਿਹੜੀ ਲਲਕਾਰ ਤੁਹਾਡੀ ਕਾਨਫਰੰਸ ਸੀਗੀ ਉਹ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਨਵੇਂ ਜਿਹੜਾ ਕੋਈ ਬੱਚਿਆਂ ਦੇ ਲਈ ਕੈਂਪ ਵਗੈਰਾ ਵੀ ਜਿਹੜੇ ਆ ਰਹੇ ਨੇ? ਹਾਂਜੀ, ਸੋ ਸਾਡੇ ਕੈਂਪ ਜੁਲਾਈ 12 ਤੋਂ 20 ਭੁਜੰਗੀ ਕੈਂਪ ਲੱਗਣਾ ਆ ਤੇ ਜੁਲਾਈ 10 ਤੋਂ 14 ਭੁਜੰਗਨ ਕੈਂਪ ਲੱਗਣੀ ਹੈ। ਸੋ ਉਸ ਬਾਰੇ ਵੀ ਮੈਂ ਅਗਲੇ ਹਫ਼ਤੇ ਥੋੜਾ ਜ਼ਿਆਦਾ ਸ਼ੇਅਰ ਕਰਾਂਗਾ ਕਿਉਂਕਿ ਅਗਲੇ ਹਫ਼ਤੇ ਇੱਕ ਤਾਂ ਸਾਡੇ ਫਾਇਰਵਰਕਸ ਦੇ ਬੂਥ ਖੁੱਲ੍ਹਣੇ ਹਨ। ਜੁਲਾਈ 4 ਵਾਸਤੇ ਅਸੀਂ ਪਟਾਕਿਆਂ ਦੀ ਫੰਡ ਰੇਜ਼ਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਹੋਰ ਵੱਧ ਤੋਂ ਵੱਧ ਕੈਂਪ ਲਾਈਏ ਤੇ ਕਾਨਫਰੰਸ ਲਾਈਏ। ਸੋ ਕਈਆਂ ਸ਼ਹਿਰਾਂ ਵਿੱਚ ਸਾਡੇ ਫਾਇਰਵਰਕਸ ਦੇ ਬੂਥ ਲੱਗਣੇ ਆ ਤੇ ਉੱਥੇ ਪਟਾਕੇ ਖਰੀਦ ਸਕਦੇ ਆ, ਅਨਾਰ, ਫੁੱਲਝੜੀਆਂ, ਸਭ ਕੁਛ ਉੱਥੇ ਮਿਲਦਾ ਹੈ। ਸੋ ਨੌਰਥ ਤੋਂ ਸਾਊਥ ਲੈ ਕੇ ਜਾ ਕੇ ਮੈਂ ਤੁਹਾਨੂੰ ਲੋਕੇਸ਼ਨ ਤੇ ਤਰੀਕ ਦੱਸਾਂਗਾ। ਜੀ ਠੀਕ ਹੈ ਜੀ। ਤੇ ਪਹਿਲਾਂ ਤਾਂ ਯੂਬਾ ਸਿਟੀ ਦੇ ਵਿੱਚ ਸਾਡਾ ਇੱਥੇ ਪਿਛਲੇ ਸਾਲ ਵੀ ਲੱਗਾ ਲੋਜ਼ ਦੇ ਪਾਰਕਿੰਗ ਲਾਟ ਦੇ ਵਿੱਚ ਤੇ ਇੱਥੇ ਜੁਲਾਈ 2 ਤੋਂ 4 ਲੱਗਣਾ ਜੀ। ਫਿਰ ਉਸ ਤੋਂ ਬਾਅਦ ਟ੍ਰੇਸੀ ਦੇ ਵਿੱਚ ਟ੍ਰੇਸੀ ਬੁਲੇਵਾਰਡ ਹਾਈਵੇ 205 ਦੇ ਐਗਜ਼ਿਟ ਤੇ ਹੈਗਾ ਆ ਬੂਥ ਤੇ ਉਹ ਜੂਨ 28 ਤੋਂ ਜੁਲਾਈ 4 ਤੱਕ ਲੱਗਣਾ ਆ ਜੀ। ਫਿਰ ਕਰਮਨ ਦੇ ਵਿੱਚ ਹਾਈਵੇ 180 ਤੇ 145 ਦੇ ਇੰਟਰਸੈਕਸ਼ਨ ਤੇ ਜੁਲਾਈ 2 ਤੋਂ 4 ਲੱਗਣਾ ਆ ਜੀ। ਤੇ ਫ੍ਰੈਜ਼ਨੋ ਦੇ ਵਿੱਚ ਵੀ 2 ਲੋਕੇਸ਼ਨਸ ਹਨ, ਇੱਕ ਤਾਂ ਹਰਨਡਨ ਤੇ ਬਰਾਲੀ ਐਵਨਿਊ ਤੇ ਕ੍ਰਾਸ ਸੈਕਸ਼ਨ ਤੇ ਇੱਕ ਸ਼ੀਲਡਸ ਐਂਡ ਕੋਰਨੀਲੀਆ ਐਵਨਿਊ ਦੇ ਉੱਤੇ। ਸੋ ਉਹ ਵੀ ਉਸ ਟਾਈਮ ਲੱਗਣੇ ਤੇ ਸਾਡੇ ਬੂਥ ਹੈਗੇ ਫੈਂਟਮ ਫਾਇਰਵਰਕਸ। ਸੋ ਇੱਕ ਤਾਂ TNT ਹੁੰਦੇ ਆ, ਇੱਕ ਫੈਂਟਮ ਵਾਲੇ ਹੁੰਦੇ ਆ, ਸਾਡੇ ਫੈਂਟਮ ਵਾਲੇ ਹੈਗੇ ਆ ਜੀ। ਬਿਲਕੁਲ। ਤੇ ਜ਼ਰੂਰ ਕਿਸੇ ਨੇ ਵੀ ਪਟਾਕੇ ਜੇ ਆਪਣੀ ਫੈਮਿਲੀਜ਼ ਦੇ ਨਾਲ ਚਲਾਉਣੇ ਆ ਜ਼ਰੂਰ ਤੁਸੀਂ ਸਪੋਰਟ ਕਰਿਓ ਤੇ ਆਇਓ ਖਰੀਦਿਓ। ਸਾਡੇ ਉੱਥੇ ਸਾਈਨ ਵੀ ਲੱਗੇ ਹੋਣੇ ਆ ਤੇ ਆ ਕੇ ਅਸੀਂ ਪਾਣੀ ਡਰਿੰਕਸ ਜੋ ਵੀ ਅਸੀਂ ਜਿਹੜੀ ਵੀ ਸੇਵਾ ਕਰ ਸਕਦੇ ਹਾਂ ਜ਼ਰੂਰ। ਕਿਸ ਨੇ ਹੈਲਪ ਵੀ ਕਰਾਉਣੀ ਹੋਵੇ ਬੂਥ ਤੇ ਸਾਨੂੰ ਕੰਟੈਕਟ ਕਰ ਸਕਦੇ ਹਾਂ। ਅਸੀਂ ਇੱਥੇ ਵਾਲੰਟੀਅਰ ਵੀ ਰੱਖ ਸਕਦੇ ਹਾਂ ਜੀ। ਸੋ ਕੋਈ ਵੀ ਮੈਨੂੰ ਕੰਟੈਕਟ ਕਰ ਸਕਦਾ 9169053312 ਤੇ ਇਹ ਵੀ ਦੱਸਦੇ ਜਾਈਏ ਵੀ ਇਹ ਉਹਨਾਂ ਇਲਾਕਿਆਂ 'ਚ ਹੀ ਪਟਾਕੇ ਵੇਚਦੇ ਨੇ ਜਿੱਥੇ ਅਲਾਉਡ ਨੇ। ਇਹ ਨਾ ਹੋਵੇ ਵੀ ਤੁਸੀਂ ਹੋਰ ਸ਼ਹਿਰਾਂ 'ਚੋਂ ਲੈ ਜਿਓ ਜਾ ਕੇ ਜਿੱਥੇ ਅਲਾਉਡ ਨਾ ਹੋਵੇ। ਤੇ ਸਾਡੇ ਜਿਹੜੇ ਬੇ ਏਰੀਆ 'ਚ ਸਾਰੇ ਵੈਨ ਨਾ ਪਰ ਫ੍ਰਿਜ਼ਨੋ ਯੂਨੀਵਰਸਿਟੀ ਜ਼ਰੂਰ ਇਹਨਾਂ ਦੀ ਸਪੋਰਟ ਕਰੋ ਜਕਾਰੇ ਵਾਲਿਆਂ ਦੀ। ਤੇ ਪਰ ਜਦੋਂ ਚਲਾਣੇ ਵੀ ਆ ਬੜੇ ਧਿਆਨ ਨਾਲ ਕਿਉਂਕਿ ਡਰਾਈ ਬਹੁਤ ਸਾਰਾ ਏਰੀਆ ਹੈਗਾ ਤੇ ਐਨ ਸੇਫਲੀ ਚਲਾਣਾ। ਕਈਆਂ ਦੇ ਸੱਟ ਵੀ ਲੱਗ ਜਾਂਦੀ ਹੁੰਦੀ ਆ, ਐਨ ਬੱਚਿਆਂ ਨੂੰ ਨਾਲ ਲੈ ਕੇ ਨਾ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪਟਾਕੇ ਨਹੀਂ ਖਰੀਦਣੇ ਇਹਨਾਂ ਦੀ ਵੈਸੇ ਮਦਦ ਕਰਨੀ ਆ ਤੁਸੀਂ ਉਦਾਂ ਵੀ ਜਾ ਕੇ ਮਦਦ ਜਿਹੜੀ ਇਹਨਾਂ ਦੀ ਕਰ ਸਕਦੇ ਹੋ। ਥੈਂਕ ਯੂ ਬਹੁਤ ਬਹੁਤ ਹਰਜੀਤ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਤੇ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਵਾਈਲਡ ਫਾਇਰਸ ਤੇ ਹੋਰ ਕਈ ਕੁਛ ਦੀ ਸਮੱਸਿਆ ਜਿਹੜੀ ਉਹ ਆਈ ਰਹਿੰਦੀ ਆ। ਸੋ ਅਣਗਹਿਲੀ ਜਿਹੜੀ ਨਾ ਹੋਵੇ ਜਦੋਂ ਤੁਸੀਂ ਇਦਾਂ ਦੇ ਪਟਾਕੇ ਜਿਹੜੇ ਜੇ ਤੁਸੀਂ ਖਰੀਦ ਕੇ ਚਲਾਉਣੇ ਵੀ ਹੈਗੇ ਆ ਜ਼ਰੂਰ ਸੇਫਟੀ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹ ਧਿਆਨ ਰੱਖੋ। ਅਜਿਹੀ ਥਾਂ ਦੇ ਉੱਤੇ ਚਲਾਓ ਜਿੱਥੇ ਅੱਗ ਲੱਗਣ ਦਾ ਖਤਰਾ ਜਿਹੜਾ ਤੁਹਾਡੇ ਘੱਟ ਹੋਵੇ। ਆਲੇ ਦੁਆਲੇ ਜੇ ਘਰ ਦੇ ਵੈਜੀਟੇਸ਼ਨਸ ਵਗੈਰਾ ਹੈਗੀ ਆ ਉਸ ਨੂੰ ਤੁਸੀਂ ਟ੍ਰਿਮ ਡਾਊਨ ਕਰਕੇ ਰੱਖੋ, ਕੱਟ ਕੇ ਰੱਖੋ। ਹਾਲ ਦੀ ਘੜੀ ਜਿਹੜਾ ਆ ਪਾਣੀ ਦੇ ਉੱਤੇ ਇਹਨਾਂ ਨੇ ਪਾਬੰਦੀ ਨਹੀਂ ਲਾਈ, ਥੋੜ੍ਹਾ ਆਪਣੇ ਲੌਨ ਨੂੰ ਥੋੜ੍ਹਾ ਪਾਣੀ ਪੂਣੀ ਦੇ ਕੇ ਰੱਖੋ। ਘਾਹ ਜਿਹੜਾ ਹਰਾ ਹਰਾ ਰਵੇ
ਤੇ ਸੁੱਕਿਆ ਨਾ ਹੋਵੇ ਤਾਂ ਚੰਗਾ ਵੀ ਲੱਗਦਾ ਦੇਖਣ ਨੂੰ, ਤੇ ਸੇਫਟੀ ਆਪਣੇ ਘਰ ਦੀ ਵੀ ਜਿਹੜੀ ਉਹ ਬਣੀ ਰਹਿੰਦੀ ਜੀ ਹੈ। ਬਿਲਕੁਲ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰੀਏ, ਸੁਪਰੀਮ ਕੋਰਟ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਗੱਲ ਕਰੀਏ, ਇੱਕ $12 ਬਿਲੀਅਨ ਦਾ ਲਾ ਸੂਟ ਓਬਾਮਾ ਕੇਅਰ ਦੀ ਪੇਮੈਂਟਸ ਨੂੰ ਲੈ ਕੇ ਜਿਹੜੀਆਂ ਹੈਲਥ ਇੰਸ਼ੋਰੈਂਸ ਕੰਪਨੀਜ਼ ਨੂੰ ਗਈਆਂ ਆ, ਉਸ ਨੂੰ ਲੈ ਕੇ ਇੱਕ ਲਾ ਸੂਟ ਜਿਹੜਾ ਉਹ ਚੱਲ ਰਿਹਾ ਸੀ, ਤੇ ਸੁਪਰੀਮ ਕੋਰਟ ਨੇ ਇਹ ਹੁਣ ਆਗਿਆ ਦੇ ਦਿੱਤੀ ਆ ਵੀ ਉਹ ਉਸ ਦੇ ਉੱਤੇ ਅਗਲੇ ਹਫਤੇ ਆਈ ਥਿੰਕ ਉਹ ਸੁਣਵਾਈ, ਅਗਲੇ ਹਫਤੇ ਨਹੀਂ ਅੱਜ ਉਹਨਾਂ ਨੇ ਦੱਸਿਆ ਵੀ ਉਸ ਦੇ ਉੱਤੇ ਉਹ ਸੁਣਵਾਈ ਕਰਨ ਦੇ ਲਈ ਰਾਜੀ ਹੋ ਗਏ ਨੇ। ਸੋ ਅਫੋਰਡੇਬਲ ਜਿਹੜਾ ਕੇਅਰ ਐਕਟ ਹੈਗਾ ਆ, ਉਸ ਦੇ ਅਧੀਨ ਜਿਹੜੀਆਂ ਆ ਬਹੁਤ ਸਾਰੀਆਂ ਹੈਲਥ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਨੂੰ ਪੇਮੈਂਟਸ ਜਿਹੜੀਆਂ ਜਾਂਦੀਆਂ ਰਹੀਆਂ, ਜਿਨ੍ਹਾਂ ਨੇ ਵੀ ਉਹਨਾਂ ਦੀਆਂ ਸੇਵਾਵਾਂ ਵਰਤੀਆਂ ਨੇ, ਤੇ ਉਸ ਨੂੰ ਲੈ ਕੇ ਜਿਹੜਾ ਆ ਉਹ ਲਾ ਸੂਟ ਕੀਤਾ ਗਿਆ ਸੀਗਾ। ਇਹ 2014 ਤੋਂ ਜਦੋਂ ਤੋਂ ਇਹ ਲਾਗੂ ਹੋਇਆ ਆ ਓਬਾਮਾ ਕੇਅਰ ਅਫੋਰਡੇਬਲ ਹੈਲਥ ਕੇਅਰ ਐਕਟ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕਾਫੀ ਜਿਹੜੀਆਂ ਪੇਮੈਂਟਸ ਜਿਹੜੀਆਂ ਗਈਆਂ ਨੇ, ਜਿਨ੍ਹਾਂ ਵਿੱਚ ਪ੍ਰੀਮੀਅਮਸ ਵੀ ਇਹਨਾਂ ਨੂੰ ਖੁਦ ਸੈੱਟ ਕਰਨ ਦਾ ਅਧਿਕਾਰ ਸੀਗਾ, ਹੋਰ ਬਹੁਤ ਕੁਝ ਜਿਹੜਾ ਉਹ ਸੀਗਾ। ਸੋ ਫਲੋਰੀਡਾ ਦੇ ਜਿਹੜੇ ਸੈਨੇਟਰ ਮਾਰਕੋ ਰੂਬੀਓ ਆ, ਉਹ ਵੀ ਇਸ ਪਾਸੇ ਵੱਲ ਨੂੰ ਜਿਹੜਾ ਕਾਫੀ ਜਿਹੜੇ ਉਹ ਲੱਗੇ ਹੋਏ ਨੇ, ਤੇ ਹੁਣ ਦੇਖਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇੱਦਾਂ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਫੈਸਲਾ ਆਉਂਦਾ ਆ। ਜਿਹੜੇ ਇੰਸ਼ੋਰਰਸ ਹੈਗੇ ਉਹਨਾਂ ਨੇ ਸੂ ਕੀਤਾ ਸੀ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੂੰ, ਉਹਨਾਂ ਨੇ ਕਿਹਾ ਵੀ ਉਹ $12 ਬਿਲੀਅਨ ਦੀ ਜਿਹੜੀ ਪੇਮੈਂਟ ਉਹਨਾਂ ਤੋਂ ਅਜੇ ਲੈਣੀ ਆ ਇਹਨਾਂ ਕੰਪਨੀਆਂ ਨੇ। ਸੋ ਇਹ ਸਰਕਾਰ ਤੋਂ ਇਹਨਾਂ ਨੇ ਪੇਮੈਂਟ ਜਿਹੜੀ ਉਹ ਲੈਣੀ ਆ, ਤੇ ਲੋਅਰ ਕੋਰਟ ਦੀਆਂ ਜਿਹੜੀਆਂ ਰੂਲਿੰਗਸ ਆ ਉਹ ਮਿਕਸਡ ਜੀਆਂ ਜਿਹੜੀਆਂ ਰਹੀਆਂ ਸੀਗੀਆਂ, ਤੇ ਫੈਡਰਲ ਕੋਰਟ ਨੇ ਕੈਰੀਅਰਸ ਦੇ ਅਗੇਂਸਟ ਜਿਹੜੀਆਂ ਦਿੱਤੀਆਂ ਸੀਗੀਆਂ, ਤੇ ਕਿਸੇ ਥਾਵਾਂ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਵੀ ਜਿਹੜਾ ਫੈਸਲਾ ਆਇਆ ਸੀਗਾ। ਸੋ ਉਹ ਚੱਲਦੇ ਜਿਹੜਾ ਹੁਣ ਅਦਾਲਤੀ ਕੇਸ ਆ ਸੁਪਰੀਮ ਕੋਰਟ ਤੱਕ ਉਹ ਪਹੁੰਚਿਆ ਹੋਇਆ ਆ। ਇਸੇ ਦੇ ਚੱਲਦੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆਊਟ ਵੀ ਹੋ ਗਈਆਂ ਸੀਗੀਆਂ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਦੇ ਵਿੱਚ ਹਿੱਸਾ ਹੈ ਉਹ ਨਹੀਂ ਲੈਣਾ। ਉਹਨਾਂ ਨੇ ਜਿਹੜੀਆਂ ਡਾਕਟਰਸ ਤੇ ਜਿਹੜੀਆਂ ਪੇਸ਼ੈਂਟ ਸੀਗੇ ਉਹਨਾਂ ਦੇ ਇਲਾਜ ਤਾਂ ਕੀਤੇ, ਪਰ ਉਹ ਜਿਹੜੇ ਸਬਸਿਡਾਈਜ਼ਡ ਪੈਸੇ ਸੀਗੇ ਜਿਹੜੇ ਸਰਕਾਰ ਵੱਲੋਂ ਮਿਲਣੇ ਸੀਗੇ ਉਹਨਾਂ ਕੰਪਨੀਆਂ ਨੂੰ ਮਿਲੇ ਨਹੀਂ। $12 ਬਿਲੀਅਨ ਤੱਕ ਜਿਹੜੀ ਉਹ ਲਾਗਤ ਹੈ ਇਸ ਟਾਈਮ ਉਹ ਪਹੁੰਚ ਚੁੱਕੀ ਹੈਗੀ ਆ। ਸੋ ਦੇਖਦੇ ਹਾਂ ਵੀ ਸੁਪਰੀਮ ਕੋਰਟ ਇਸ ਦੇ ਉੱਤੇ ਕਿੱਦਾਂ ਦਾ ਫੈਸਲਾ ਸੁਣਾਊਗੀ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਦੱਸਿਆ ਸੀ ਪਿਛਲੇ ਵੀਕ ਕਿਸ ਤਰ੍ਹਾਂ ਸੰਡੇ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਆਈਸ ਵਾਲੇ ਜਿਹੜੇ ਛਾਪੇ ਮਾਰਨੇ ਸ਼ੁਰੂ ਕਰਨਗੇ, ਪਰ ਉਸ ਤੋਂ ਬਾਅਦ ਜਿਹੜੇ ਨੈਂਸੀ ਪਲੋਸੀ ਹੈਗੇ ਆ ਆਪੋਜੀਸ਼ਨ ਦੇ ਜਿਹੜੇ ਲੀਡਰ ਵੀ ਹੈਗੇ ਆ, ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਫੋਨ ਤੇ ਗੱਲਬਾਤ ਕੀਤੀ ਪਈ ਇਹ ਜਿਹੜਾ ਸਹੀ ਨਹੀਂ ਹੈਗਾ ਤੇ ਤੁਸੀਂ ਛਾਪੇ ਨਾ ਮਾਰੋ, ਤੇ ਅਸੀਂ ਰਲ ਕੇ ਕੋਈ ਨਾ ਕੋਈ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹ ਤੇ ਦੋਨੋਂ ਪਾਰਟੀਆਂ ਵਰਕਆਊਟ ਕਰਦੇ ਆ। ਉਹ ਤੋਂ ਬਾਅਦ ਫਿਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਉਹ ਬੈਕ ਟਰੈਕ ਕਰ ਲਿਆ, ਆਪਣਾ ਜਿਹੜਾ ਕਿਹਾ ਸੀ ਵੀ ਅਸੀਂ ਸੰਡੇ ਤੋਂ ਸ਼ੁਰੂ ਕਰਨਾ ਆ। ਤੇ ਅੱਜ ਜਿਹੜੇ ਜੋ ਬਾਈਡਨ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਵੀ ਇਹ ਕਿਹਾ ਆ ਵੀ ਮੈਂ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਮੇਨ ਪ੍ਰੋਬਲਮ ਆ ਉਹਦੇ ਤੇ ਵਰਕਆਊਟ ਕਰਨਾ ਚਾਹੁੰਦਾ ਆ, ਤੇ ਸਾਨੂੰ ਸਾਰਿਆਂ ਨੂੰ ਇੱਕ ਤਾਂ ਡ੍ਰੀਮ ਐਕਟ ਵਾਲੇ ਜਿਹੜੇ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਵਰਕਆਊਟ ਕਰਨਾ ਚਾਹੀਦਾ ਹੈਗਾ, ਤੇ ਨਾਲ ਦੀ ਨਾਲ ਉਹਨੇ ਪ੍ਰੈਜ਼ੀਡੈਂਟ ਟਰੰਪ ਤੇ ਵੀ ਤਵਾ ਕੱਸ ਦਿੱਤਾ ਵੀ ਜਿਹੜੀ ਉਹ ਗੱਲਬਾਤ ਕਰ ਰਹੇ ਆ ਉਹਦੇ ਨਾਲ ਜਿਹੜੇ ਸਾਡੇ ਬਾਰਡਰ ਦੇ ਕਮਿਊਨਿਟੀਜ਼ ਹੈਗੀਆਂ ਆ, ਲੇਟਨ ਕਮਿਊਨਿਟੀ ਜਿਹੜੀ ਹੈਗੀ ਆ ਉਹਨੂੰ ਇੱਕ ਤਰ੍ਹਾਂ ਨਾਲ ਅਸੌਲਟ ਹੈਗਾ ਉਹਨਾਂ ਦੀ ਡਿਗਨਿਟੀ ਦੇ ਉੱਤੇ, ਤਾਂ ਕਿ ਜਿਹੜੀ ਆ ਇਲੈਕਸ਼ਨ ਡੇ ਦੇ ਵਾਲੇ ਦਿਨ ਜਿਹੜੇ ਆ ਇਹ ਲੇਟਨ ਅਮਰੀਕਨ ਜਿਹੜੇ ਘੱਟ ਵੋਟਾਂ ਪਾਉਣ ਆਉਣ, ਇਹ ਉਹਨਾਂ ਨੇ ਕਿਹਾ ਹੈਗਾ। ਜੀ ਜੀ ਹਾਂ, ਸੋ 2 ਹਫ਼ਤੇ ਦੇ ਲਈ ਉਹਨਾਂ ਨੇ ਟਾਲਿਆ ਆ ਇਸ ਜਿਹੜੀਆਂ ਰੇਡਸ ਉਸ ਨੂੰ। ਇਹ ਪਹਿਲੀ ਵਾਰੀ ਵੈਸੇ ਹਰਜੋਤ ਸਿੰਘ ਜੀ ਆਪਾਂ ਉਦੋਂ ਵੀ ਜਦੋਂ ਕੀਤਾ ਸੀਗਾ ਸ਼ਨੀਚਰਵਾਰ ਨੂੰ ਪ੍ਰੋਗਰਾਮ, ਤੇ ਆਪਾਂ ਇਹੀ ਗੱਲ ਕਰ ਰਹੇ ਸੀ ਵੀ ਪਹਿਲੀ ਵਾਰੀ ਆਪਾਂ ਦੇਖਿਆ ਵੀ ਇੱਦਾਂ ਜਿਹੜੇ ਅਨਾਊਂਸ ਕਰਕੇ ਪ੍ਰੈਜ਼ੀਡੈਂਟ ਅਨਾਊਂਸ ਕਰਕੇ ਰੇਡ ਜਿਹੜੀਆਂ ਕਰਵਾ ਰਹੇ ਹੋਣ ਜਾਂ ਉਹਨੂੰ ਡਿਲੇ ਜਿਹੜੀਆਂ ਆ ਉਹ ਹੁਣ ਕਰ ਆ ਰਹੇ ਨੇ। ਇਹ ਪਹਿਲੀ ਵਾਰੀ ਜਿਹੜੇ ਕਿਤੇ ਨਾ ਕਿਤੇ ਇੱਦਾਂ ਦੀ ਚੀਜ਼ ਮੈਂ ਦੇਖ ਰਿਹਾ ਆ, ਨਹੀਂ ਤਾਂ ਚੁੱਪ ਤੇ ਆਈਸ ਵਾਲੇ ਕਦੀ ਕਿਤੇ ਛਾਪੇ ਦੀ ਖਬਰ ਹੀ ਆਉਂਦੀ ਹੁੰਦੀ ਸੀ ਬਾਅਦ ਦੇ ਵਿੱਚ ਵੀ ਇੱਥੇ ਛਾਪਾ ਪੈ ਗਿਆ ਤੇ ਉੱਥੇ ਪੈ ਗਿਆ। ਇਹ ਵੀ ਚੀਜ਼ ਹੈਗੀ ਆ, ਲੋਕ ਇਹ ਵੀ ਨਾ ਸੋਚਣ ਵੀ ਸ਼ਾਇਦ ਪ੍ਰੈਜ਼ੀਡੈਂਟ ਦੇ ਕਹੀ ਜਿਹੜੇ ਉਹਨਾਂ ਨੇ ਇਕੱਲੇ ਛਾਪੇ ਮਾਰਨੇ ਆ ਤੇ ਉੱਦਾਂ ਮਾਰਨੇ ਨਹੀਂ ਆ। ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਦੀਆਂ ਪ੍ਰਾਇਓਰਟੀ ਲਿਸਟ ਜਿਹੜੀਆਂ ਬਣੀਆਂ ਹੋਈਆਂ ਆ ਉਹਨਾਂ ਨੇ ਆਪਣਾ ਉਸ ਪੱਧਰ ਦੇ ਉੱਤੇ ਕੰਮ ਕਰੀ ਜਾਣਾ। ਹਾਂ, ਜਿਹੜੇ ਇਕੱਠੇ ਵੱਡੇ ਛਾਪੇ ਆ, ਇਕੱਠੀਆਂ ਰੇਡਾਂ ਆ, ਉਹ ਜਿਹੜੀਆਂ ਉਹ ਘੱਟ ਜਿਹੜੀਆਂ ਉਹ ਉਸ ਦੇ ਉੱਤੇ ਹੋ ਸਕਦੀਆਂ, ਪਰ ਮੈਨੂੰ ਅਜੇ ਵੀ ਮੰਨਣ ਤੇ ਯਕੀਨ ਨਹੀਂ ਆਉਂਦਾ ਵੀ ਇਹ ਛਾਪੇ ਜਿਹੜੇ ਹੁੰਦਾ ਹੀ ਮਾਰਨਗੇ। ਤੇ ਇਹ ਇੱਕ ਡੈਫੀਨੇਟਲੀ ਇੱਕ ਇਹਨਾਂ ਦਾ ਪੋਲੀਟੀਕਲ ਸਟੰਟ ਵੀ ਸੀਗਾ,
ਤੇ ਡੈਮੋਕ੍ਰੇਟਸ ਨੂੰ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ, ਉਹ ਲਿਆਉਣ ਦੇ ਲਈ ਉਹਨਾਂ ਨੇ ਕੀਤਾ ਆ। ਤੇ ਇਹ ਵੀ ਹੋ ਸਕਦਾ ਵੀ ਕਿਉਂਕਿ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਇਸ ਵੀਕਐਂਡ ਦੇ ਉੱਤੇ ਉਹਨਾਂ ਦੇ ਡਿਬੇਟਸ ਹੋਣੇ ਸੀਗੇ, ਵੀ ਉਹ ਘੱਟ ਲੋਕ ਉਸ ਦੇ ਬਾਰੇ ਜਿਹੜੀ ਗੱਲ ਕਰਨ ਤੇ ਇਹਨਾਂ ਦੀ ਜਿਹੜੀ ਪਾਲਿਸੀ ਦੇ ਉੱਤੇ ਜਿਹੜੀ ਉਹ ਜ਼ਿਆਦਾ ਗੱਲ ਕਰਨ। ਇਹ ਵੀ ਕਿਤੇ ਨਾ ਕਿਤੇ ਪਿੱਛੇ ਇਸ ਦੇ ਉੱਤੇ ਕਾਰਨ ਹੋ ਸਕਦਾ ਆ, ਕਿਉਂਕਿ ਆਈਸ ਨੇ ਛਾਪੇ ਮਾਰਨੇ ਬੰਦ ਕਰਨਗੇ, ਇਹ ਜਿਹੜਾ ਮੰਨਣ ਦੇ ਵਿੱਚ ਨਹੀਂ ਆ ਸਕਦਾ ਜੀ। ਅਗਲੀ ਖਬਰ ਜਿਹੜੀ ਟਰਕੀ ਤੋਂ ਆ ਰਹੀ ਹੈ, ਟਰਕੀ ਦੇ ਵਿੱਚ ਕਹਿੰਦੇ ਇਸਤਾਨਬੁਲ ਦੇ ਮੇਅਰ ਦੀ ਜਿਹੜੀ ਇਲੈਕਸ਼ਨ ਹੋਈ ਸੀ, ਉਹਦੇ ਵਿੱਚ ਜਿਹੜੀ ਓਪੋਜੀਸ਼ਨ ਪਾਰਟੀ ਹੈਗੀ ਆ, ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਉਹ ਸੀਟ ਜਿੱਤ ਲਈ ਹੈਗੀ ਆ। ਸੋ ਹੁਣ ਕਹਿੰਦੇ ਲੱਗਦਾ ਆ ਵੀ ਜਿਹੜੇ ਟਰਕੀ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦਾ ਡਾਊਨਫਾਲ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਹੋ ਗਿਆ ਹੈਗਾ। ਰੈਸਿਪ ਐਰਡੋਗਨ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ, ਬੜੇ ਸਟ੍ਰਿਕਟ ਮੰਨੇ ਜਾਂਦੇ ਹੈਗੇ ਆ। ਪਿੱਛੇ ਜਿਹੇ ਇੱਕ ਤਰ੍ਹਾਂ ਨਾਲ ਰਿਵੋਲਟ ਵੀ ਉੱਥੇ ਹੋਇਆ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਸੀ। ਆਪਣੇ USA ਦੇ ਵਿੱਚ ਵੀ ਆਏ ਸੀ, ਇੱਥੇ ਥੋੜ੍ਹੇ ਜਿਹੜੇ ਪ੍ਰੋਟੈਸਟ ਹੋਏ ਸੀ ਤੇ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਜਿਹੜੇ ਇਸ ਪ੍ਰੈਜ਼ੀਡੈਂਟ ਦੇ ਸਿਕਿਉਰਿਟੀ ਗਾਰਡ ਆ, ਉਹਨਾਂ ਨੇ ਕਾਫੀ ਕੁੱਟਿਆ USA ਦੇ ਵਿੱਚ। ਬਾਅਦ ਛੱਡਤੇ ਸੀਗੇ, ਬਾਅਦ 'ਚ ਉਹ ਛੱਡ ਦਿੱਤੇ ਗਏ। ਸੋ ਦੇਖੋ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਟਰਕੀ ਦੇ ਵਿੱਚ ਜਿਹੜਾ ਕੀ ਚੇਂਜ ਹੁੰਦਾ ਪੋਲੀਟੀਕਲੀ। ਜੀ ਜੀ ਬਿਲਕੁਲ। ਉੱਥੇ ਇਸ ਬੰਦੇ ਨੇ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਕਹਿ ਲਓ ਵੀ ਆਪਣਾ ਦਬਦਬਾ ਕਾਇਮ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਆ ਉਹ ਲਗਾਤਾਰ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਹੋਪਫੁਲੀ ਜਿਹੜੇ ਲੋਕ ਹੁਣ ਉਸ ਦੇ ਖਿਲਾਫ ਜਿਹੜੇ ਉਹ ਅੱਕੇ ਹੋਏ ਨੇ। ਇਹ ਬੰਦੇ ਦਾ ਜਿਹੜਾ ਐਰਡੋਗਨ ਆ, ਇਸ ਦਾ ਕੰਮ ਹਰਜੋਤ ਸਿੰਘ ਜੀ ਤਾਂ ਵੀ ਇਹਦਾ ਚੱਲੀ ਜਾਂਦਾ ਆ। ਯੂਰਪ ਵਾਲੇ ਵੀ ਇਸ ਨੂੰ ਬਹੁਤਾ ਹੱਥ ਨਹੀਂ ਪਾਉਂਦੇ ਤੇ ਅਮਰੀਕਾ ਵਾਲੇ ਵੀ ਜਿਹੜੇ ਬਹੁਤਾ ਇਸ ਨੂੰ ਕੁਝ ਨਹੀਂ ਕਹਿੰਦੇ, ਕਿਉਂਕਿ ਇਹ ਅਫਰੀਕਾ ਤੇ ਯੂਰਪ ਦੇ ਦਰਮਿਆਨ ਇੱਕ ਦਰਵਾਜ਼ੇ ਦਾ ਕੰਮ ਕਰਦਾ ਹੈ ਮੁਲਕ ਜਿਹੜਾ ਟਰਕੀ ਮੁਲਕ ਆ। ਤੇ ਉਦੋਂ ਇਹਨੇ ਪਿਛਲੇ ਦਿਨਾਂ ਦੇ ਵਿੱਚ ਇੱਦਾਂ ਚੇਤਾਵਨੀ ਵੀ ਦਿੱਤੀ ਸੀ, ਕਹਿੰਦਾ ਤੁਸੀਂ ਮੇਰੇ ਤੇ ਬਹੁਤਾ ਰੌਲਾ ਪਾਇਆ ਨਾ, ਮੈਂ ਦਰਵਾਜ਼ੇ ਖੋਲ੍ਹ ਦੇਣੇ, ਜਿੰਨੇ ਰਿਫਿਊਜੀ ਅਸੀਂ ਰੋਕਦੇ ਆ ਨਾ ਇੱਧਰਲੇ ਪਾਸਿਓਂ ਆਉਣ ਤੋਂ, ਅਸੀਂ ਖੋਲ੍ਹ ਦੇਣੇ ਦਰਵਾਜ਼ੇ ਤੇ ਤੁਹਾਡੇ ਯੂਰਪ ਵੱਲ ਨੂੰ ਆਉਣਗੇ। ਫਿਰ ਉਸ ਤੋਂ ਬਾਅਦ ਟਰਕੀ ਵਾਲਿਆਂ ਨੂੰ ਉਹਨਾਂ ਨੇ ਬਹੁਤਾ ਖੁਸ਼ ਆਖਿਆ ਨਹੀਂ ਹੈਗਾ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸੈਨ ਹੋਜ਼ੇ ਦੀ ਆਈ ਆ ਸਵੇਰੇ ਤੜਕੇ ਹੀ, ਜਿਹੜਾ ਇੱਥੇ ਫਰਾਈਡੇ ਮਾਰਨਿੰਗ ਦੇ ਵਿੱਚ, ਅਰਲੀ ਮਾਰਨਿੰਗ ਦੇ ਵਿੱਚ ਕਈ ਜਿਹੜੀ ਇੱਕ ਵੱਡੀ ਗੋਲੀਬਾਰੀ ਦੀ ਘਟਨਾ ਜਿਹੜੀ ਇੱਥੇ ਵਾਪਰੀ ਆ, ਜਿਸ ਦੇ ਵਿੱਚ 5 ਜਾਣੇ ਮਾਰੇ ਗਏ ਆ, ਜਿਸ ਦੇ ਵਿੱਚ ਇੱਕ ਸਸਪੈਕਟ ਵੀ ਸ਼ਾਮਲ ਸੀਗਾ, ਜਿਸ ਦੇ ਉੱਤੇ 4 ਮਰਡਰ ਜਿਹੜੇ ਕਰਨ ਦਾ ਜਿਹੜਾ ਉਹ ਮਰਡਰ ਸੁਸਾਈਡ ਦਾ ਜਿਹੜਾ ਉਸ ਦੇ ਵਿੱਚ ਦੋਸ਼ ਸੀਗਾ। 5 ਲੋਕ ਜਿਹੜੇ ਉੱਥੇ ਮਾਰੇ ਗਏ ਆ। ਇਹ ਸੈਨ ਹੋਜ਼ੇ ਦੇ ਵਿੱਚ ਜਿਹੜੀ ਹੋਈ ਆ, ਤੇ ਕਹਿੰਦੇ ਸੈਨ ਹੋਜ਼ੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਡੈਡਲੀਐਸਟ ਸ਼ੂਟਿੰਗਸ ਇਹ ਦੱਸੀਆਂ ਗਈਆਂ ਆ। ਸੈਨ ਹੋਜ਼ੇ ਪੁਲਿਸ ਨੇ ਦੱਸਿਆ ਵੀ ਅੱਜ ਜਿਹੜੀ ਆ ਮੰਡੇ ਮਾਰਨਿੰਗ ਦੇ ਵਿੱਚ 3 ਔਰਤਾਂ ਤੇ 1 ਬੰਦਾ, ਉਹਨਾਂ ਨੂੰ ਗੋਲੀ ਮਾਰ ਕੇ ਜਿਹੜੀ ਉਹਨਾਂ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਗਈ। ਤੇ ਬਾਅਦ ਦੇ ਵਿੱਚ ਇੱਕ ਜਿਹੜਾ ਬੰਦਾ ਸੀ ਜਿਸਨੇ ਗੋਲੀਆਂ ਚਲਾਈਆਂ, ਉਹਨੇ ਵੀ ਆਪਣੇ ਆਪ ਨੂੰ ਮਾਰ ਲਿਆ ਸੀਗਾ। ਇੱਕ ਫੈਮਿਲੀ ਡੋਮੈਸਟਿਕ ਕੌਨਫਲਿਕਟ ਦੇ ਚੱਲਦਿਆਂ ਕਹਿੰਦੇ ਸ਼ਾਇਦ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੋ ਸਕਦੀ ਆ। ਤੜਕੇ ਸਵੇਰੇ 1:30 ਵਜੇ ਅੱਜ ਜਿਹੜੀ ਆ ਇਹ ਉਦੋਂ ਦੀ ਘਟਨਾ ਆ ਉਹ ਦੱਸੀ ਜਾ ਰਹੀ ਆ। ਸੈਨੇਟਰ ਰੋਡ ਜਿਹੜਾ ਕਾਉਂਟੀ ਫੇਅਰ ਗਰਾਊਂਡਸ ਦੇ ਨਜ਼ਦੀਕ ਹੈਗਾ ਆ, ਹੈਬਿਟਸ ਕੋਰਟ ਦੇ ਉੱਤੇ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਵਾਪਰੀ ਸੀਗੀ ਜੀ। ਅਗਲੀ ਖਬਰ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਕਹਿੰਦੇ ਵੀ ਜੇ ਜਿਹੜੇ ਫਰੰਟ ਰਨਰ ਹੈਗੇ ਆ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬੋਰਿਸ ਜੌਨਸਨ, ਉਹ ਪ੍ਰਾਈਮ ਮਿਨਿਸਟਰ ਬਣਦੇ ਆ, ਤੇ ਕਹਿੰਦੇ ਜਿਹੜੇ ਸਕਾਟਿਸ਼ ਮੂਲ ਦੇ ਲੋਕ ਹੈਗੇ ਆ ਉਹ ਕਹਿੰਦੇ ਵੀ ਅਸੀਂ ਯੂਕੇ ਤੋਂ ਅਲੱਗ ਹੋ ਜਾਵਾਂਗੇ। ਸੋ ਇਹ ਜਿਹੜੇ ਉਹਨਾਂ ਦੇ ਸਰਵੇ ਆ ਰਹੇ ਆ, ਕਿਉਂਕਿ ਕਹਿੰਦੇ ਵੀ ਉਹਦੀ ਜਿਹੜੀ ਪੋਪੂਲੈਰਿਟੀ ਆ ਜੌਨਸ ਦੀ ਬਹੁਤ ਹੀ ਜ਼ਿਆਦਾ ਘੱਟ ਹੈਗੀ ਆ ਸਕਾਟਲੈਂਡ ਦੇ ਵਿੱਚ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਡਿਵਿਸਿਵ ਜਿਹੜਾ ਫਿਗਰ ਆ ਉਹ ਗਿਣਿਆ ਜਾਂਦਾ ਹੈਗਾ, ਤੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣਨ ਦੇ ਪੂਰੇ ਚਾਂਸ ਵੀ ਹੈਗੇ ਆ, ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦੇ। ਪਰ ਸਕਾਟਿਸ਼ ਲੋਕ ਕਹਿੰਦੇ ਆ ਵੀ ਅਸੀਂ ਫਿਰ ਵੋਟਿੰਗ ਕਰਕੇ ਯੂਕੇ ਤੋਂ ਸਕਾਟਲੈਂਡ ਜਿਹੜਾ ਆਪਣਾ ਸਕਾਟ ਐਗਜ਼ਿਟ ਹੋਊਗਾ ਜੀ ਉਹ ਜੀ। ਸੋ ਹੁਣ ਹੌਲੀ ਜਿਹੜੇ ਜਿੱਦਾਂ ਪਹਿਲਾਂ ਕਹਿੰਦੇ ਨਾ ਵੀ ਗਲੋਬਲ ਵਿਲੇਜ ਬਣ ਰਿਹਾ, ਸਾਰੇ ਇਕੱਠੇ ਹੋ ਰਹੇ, ਪਰ ਹੁਣ ਛੋਟੇ ਛੋਟੇ ਜਿਹੜੇ ਮੁਲਕ ਆ ਉਹ ਅਲੱਗ ਹੋ ਰਹੇ ਹੈਗੇ ਆ ਆਪਣੀ ਆਇਡੈਂਟੀਟੀ ਕਾਇਮ ਕਰਨ ਨੂੰ। ਬਿਲਕੁਲ ਜੀ, ਕਰਨ ਵੀ ਕੀ ਹੁਣ ਇਸ ਗਲੋਬਲ ਇਮੇਜ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆਇਡੈਂਟੀਟੀਆਂ ਧੁੰਦਲੀਆਂ ਵੀ ਹੁੰਦੀਆਂ ਜਾ ਰਹੀਆਂ। ਉਹ ਤਾਂ ਮਾੜੀ ਗੱਲ ਨਹੀਂ ਆ, ਸਾਰੇ ਜਾਣੇ ਇੱਕੋ ਜਿਹੇ ਜਿਹੜੇ ਹੋ ਜਾਣ, ਪਰ ਇਹ ਜਿਹੜਾ ਰਾਸ਼ਟਰਵਾਦ ਦਾ ਜਿਹੜਾ ਇਸ ਟਾਈਮ ਕੀੜਾ ਚੌਸ਼ਫੇਰੇ ਜਿਹੜਾ ਆ ਉਹ ਪੂਰਾ ਫੈਲਿਆ ਹੋਇਆ ਆ, ਕਿਤੇ ਰਿਲੀਜਨ ਦੇ ਬੇਸ ਦੇ ਉੱਤੇ ਆ, ਕਿਤੇ ਮੁਲਕ ਦੇ ਬੇਸ ਦੇ ਉੱਤੇ ਆ। ਉਹ ਚਾਹੁੰਦੇ ਆ ਵੀ ਕੋਈ ਹੋਰ ਆ ਕੇ ਜਿਹੜੇ ਸਾਡੇ ਦੇ ਵਿੱਚ ਆ ਕੇ
ਨਾ ਮਿਲਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਸਾਲਟ ਲੇਕ ਸਿਟੀ ਯੂਟਾ ਤੋਂ ਜਿਹੜੀ ਖਬਰ ਆ ਰਹੀ ਆ, ਲਿਫਟ ਤੇ ਊਬਰ ਵਰਗੀਆਂ ਜਿਹੜੀਆਂ ਐਪਸ ਆ ਉਹਦੇ ਉੱਤੇ ਲੋਕ ਬਹੁਤ ਸਾਰੇ ਜਿਹੜੇ ਆਪਣੀਆਂ ਰਾਈਡ ਸ਼ੇਅਰਿੰਗ ਆਪਸ਼ਨਸ ਹੈਗੀਆਂ ਆ ਲੋਕ ਕਰਦੇ ਨੇ। ਕਿਤੇ 23 ਸਾਲਾਂ ਦੀ ਇੱਕ ਯੂਟਾ ਦੀ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਆ ਉਸਨੇ ਇੱਕ ਲਿਫਟ ਦੀ ਜਿਹੜੀ ਆਰਡਰ ਕੀਤੀ ਸੀ ਰਾਈਡ, ਉਹਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਉਹ ਗਾਇਬ ਹੋ ਗਈ ਆ। 5 ਦਿਨ ਹੋ ਗਏ ਆ, ਕਹਿੰਦੇ ਉਸ ਦੇ ਨਾਲ ਕੋਈ ਰਾਬਤਾ ਜਿਹੜਾ ਆ ਉਹ ਕਾਇਮ ਨਹੀਂ ਹੋ ਰਿਹਾ ਤੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਉਹ ਬਹੁਤ ਜ਼ਿਆਦਾ ਚਿੰਤਤ ਨੇ। ਪੁਲਿਸ ਵਾਲੇ ਵੀ ਜਿਹੜੇ ਇਸ ਟਾਈਮ ਉਸ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਇੱਕ ਹਰਜੋਤ ਸਿੰਘ ਜੀ ਇਸ ਦਾ ਇੱਕ ਨੈਗੇਟਿਵ ਪੱਖ ਵੀ ਹੈਗਾ ਐਸੀ ਜਿਹੜੀ ਰਾਈਡ ਸ਼ੇਅਰਿੰਗ ਐਪਸ ਦਾ, ਜਿਸ ਦੇ ਵਿੱਚ ਕਈ ਵਾਰੀ ਇੱਦਾਂ ਦੀਆਂ ਰਿਪੋਰਟਸ ਜਿਹੜੀਆਂ ਸਾਹਮਣੇ ਆਈਆਂ ਵੀ ਸੈਕਸ਼ੂਅਲ ਅਸੌਲਟ, ਰੇਪ ਦੇ ਕੇਸ, ਸਰੀਰਕ ਸ਼ੋਸ਼ਣ, ਇੱਦਾਂ ਦੇ ਮਾਮਲੇ ਤੇ ਕਿਡਨੈਪਿੰਗ ਤੱਕ ਦੇ ਜਿਹੜੇ ਮਾਮਲੇ ਆਏ ਆ ਕਈ ਥਾਵਾਂ ਦੇ ਉੱਤੇ। ਤਾਂ ਇੱਦਾਂ ਦੀਆਂ ਚਰਚਾਵਾਂ ਨੇ, ਜਿੱਦਾਂ ਹੁਣ ਇਹ ਲੜਕੀ ਦੇਖੋ ਗਾਇਬ ਹੋ ਗਈ ਆ ਲਿਫਟ ਦੀ ਜਿਹੜੀ ਆ ਆਰਡਰ ਕਰਨ ਤੋਂ ਬਾਅਦ ਦੇ ਵਿੱਚ ਕਈ ਲੋਕ ਤਾਂ ਬਿਲਕੁਲ ਇਹ ਵੀ ਸੋਚ ਰਹੇ ਹੋ ਸਕਦੇ ਆ ਵੀ ਪਤਾ ਨਹੀਂ ਇਸ ਦੇ ਨਾਲ ਕੀ ਬਣਿਆ ਹੋਵੇ, ਕਿਤੇ ਜਾਨੀ ਨੁਕਸਾਨ ਹੀ ਨਾ ਜਿਹੜਾ ਉਹ ਹੋ ਗਿਆ ਹੋਵੇ। ਸੋ ਜਿਹੜੇ ਇਸ ਟਾਈਮ ਮੈਕੈਂਜੀ ਲਿਊਇਕ ਨਾਂ ਦੀ ਇਸ 23 ਸਾਲਾਂ ਦੀ ਯੂਟਾ ਯੂਨੀਵਰਸਿਟੀ ਦੀ ਜਿਹੜੀ ਕੁੜੀ ਆ ਉਹ ਗਾਇਬ ਆ, ਉਸ ਨੂੰ ਭਾਲ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ, ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਪਰ ਹਾਲ ਦੀ ਘੜੀ ਕੋਈ ਸੁਰਾਖ ਕੋਈ ਜਿਹੜਾ ਉਹਨਾਂ ਦੇ ਹੱਥ ਨਹੀਂ ਲੱਗਾ ਜੀ। ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਹੈ, ਬੇਕਰਸਫੀਲਡ ਦੇ ਨਾਰਥ ਈਸਟ ਬੇਕਰਸਫੀਲਡ ਦੇ ਵਿੱਚ ਕਹਿੰਦੇ ਇੱਕ ਡੈਡਲੀ ਸ਼ੂਟਿੰਗ ਹੋਈ, ਜਿਹਦੇ ਨਾਲ ਇੱਕ ਜਾਣੇ ਦੀ ਉੱਥੇ ਹੀ ਮੌਤ ਹੋ ਗਈ ਤੇ ਇੱਕ ਜਾਣੇ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ। ਇਹ ਗਾਰਸਿਸ ਮੈਮੋਰੀਅਲ ਹਾਈ ਸਕੂਲ ਜਿਹੜਾ ਆ ਉਹਦੇ ਲਾਗੇ ਛਾਗੇ ਜਿਹੜੀ ਕੱਲ ਰਾਤ ਸ਼ੂਟਿੰਗ ਹੋਈ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ